ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਅਸੀਂ ਬਲੌਕ 3 ਦਾ ਯੂਨਿਟ 8 ਤੇ 9 ਜੋ ਕੁਛ ਪਾਰਟ ਆਪਾਂ ਪਹਿਲਾਂ ਕਰ ਚੁੱਕੇ ਸੀ ਤੇ ਜੋ ਰਹਿੰਦਾ ਸੀਗਾ ਰਿਟਰਨ ਟੂ ਸਕੇਲ, ਉਹ ਅੱਜ ਆਪਾਂ ਆਪ ਕਰਾਂਗੇ। ਤੇ ਅੱਜ ਆਪਣੇ ਟੌਪਿਕ ਦਾ ਨਾਮ ਹੈ ਥਿਊਰੀ ਆਫ ਪ੍ਰੋਡਕਸ਼ਨ। ਇਸ ਚੀਜ਼ ਦਾ ਹੀ ਪਾਰਟ ਹੈ ਜੋ ਆਪਾਂ ਨੇ ਅੱਜ ਕਰਨਾ ਹੈ, ਉਤਪਾਦਨ ਦਾ ਸਿਧਾਂਤ। ਤਾਂ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਪ੍ਰੋਡਕਸ਼ਨ ਹੁੰਦੀ ਕੀ ਹੈ। ਪ੍ਰੋਡਕਸ਼ਨ ਮੀਨਸ ਕਿਸੇ ਫਰਮ ਦੇ ਵਿੱਚ ਕਿਸੇ ਵੀ ਪ੍ਰੋਡਿਊਸਰ ਦੇ ਦੁਆਰਾ ਜਦੋਂ ਗੁड्स ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਤਾਂ ਉਸ ਗੁड्स ਦੀ ਪ੍ਰੋਡਿਊਸ ਕਰਨ ਦੀ ਐਕਟੀਵਿਟੀ ਨੂੰ ਆਪਾਂ ਕੀ ਕਹਿੰਦੇ ਆ, ਪ੍ਰੋਡਕਸ਼ਨ ਕਹਿੰਦੇ ਆ। ਤੇ ਪ੍ਰੋਡਕਸ਼ਨਸ ਕਹਿੰਦੇ ਫੈਕਟਰ ਆਫ ਜਿਹੜੇ ਆਪਣੇ ਪ੍ਰੋਡਕਸ਼ਨ ਨੇ ਉਹਨਾਂ ਤੇ ਡਿਪੈਂਡ ਕਰਦੀ ਹੁੰਦੀ ਆ। 4 ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਨੇ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਤਾਂ ਇਹਨਾਂ ਦੇ ਦੁਆਰਾ 4 ਫੈਕਟਰ ਆਫ ਪ੍ਰੋਡਕਸ਼ਨ ਦੇ ਦੁਆਰਾ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਤੇ ਪ੍ਰੋਡਕਸ਼ਨ ਫੰਕਸ਼ਨ ਕੀ ਹੁੰਦਾ ਹੈ? ਪ੍ਰੋਡਕਸ਼ਨ ਫੰਕਸ਼ਨ ਸਾਨੂੰ ਦੱਸਦਾ ਹੁੰਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰੋਡਕਸ਼ਨਸ ਮੀਨਸ ਜੋ ਆਪਾਂ ਨੇ ਆਊਟਪੁੱਟ ਕੀਤੀ ਹੈ ਤੇ ਜੋ ਆਪਣੇ ਇਨਪੁਟਸ ਨੇ, ਜੋ ਫੈਕਟਰ ਆਫ ਪ੍ਰੋਡਕਸ਼ਨਸ ਆਪਾਂ ਪ੍ਰੋਡਕਸ਼ਨ ਦੇ ਲਈ ਯੂਜ਼ ਕਰਦੇ ਹਾਂ। ਤਾਂ ਆਪਣਾ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਹੈ ਇਹਨਾਂ ਦੋਨਾਂ ਦੇ ਵਿੱਚ ਆਪਾਂ ਨੂੰ ਕੀ ਦੱਸਦਾ ਹੁੰਦਾ? ਰਿਲੇਸ਼ਨਸ਼ਿਪ ਦੱਸਦਾ ਹੁੰਦਾ। ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਪ੍ਰੋਡਕਸ਼ਨ ਕੌਣ ਕਰਦਾ, ਕਿੱਦਾਂ ਕਰਦਾ ਤੇ ਕਦੋਂ ਕਰ ਸਕਦਾ ਹੈ, ਕਿਸ ਲੈਵਲ ਤੱਕ ਕਰ ਸਕਦਾ ਹੈ, ਪ੍ਰੋਡਕਸ਼ਨ ਕਿਵੇਂ ਇਨਕਰੀਜ਼ ਹੋ ਸਕਦੀ ਆ। ਆਪਾਂ ਨੇ ਦੇਖਿਆ ਸੀਗਾ ਕਿ ਪ੍ਰੋਡਕਸ਼ਨ 2 ਟਾਈਮ ਪੀਰੀਅਡਸ ਦੇ ਵਿੱਚ ਕੀਤੀ ਜਾਂਦੀ ਹੈ, ਸ਼ਾਰਟ ਰਨ ਤੇ ਲੌਂਗ ਰਨ। ਸ਼ਾਰਟ ਰਨ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਦੇ ਕੁਝ ਫੈਕਟਰ ਨੇ, ਜਿਵੇਂ ਕਿ ਸਾਧਨ ਨੇ ਜਿਹੜੇ ਪ੍ਰੋਡਕਸ਼ਨ ਦੇ, ਕੁਝ ਉਹ ਕੀ ਹੁੰਦੇ ਨੇ? ਫਿਕਸ ਹੁੰਦੇ ਨੇ ਤੇ ਕੁਝ ਕੀ ਹੁੰਦੇ ਨੇ? ਵੇਰੀਏਬਲ ਹੁੰਦੇ ਨੇ। ਜਿਹੜੇ ਫਿਕਸ ਫੈਕਟਰਸ ਨੇ ਉਹਨਾਂ ਨੂੰ ਸ਼ਾਰਟ ਰਨ ਦੇ ਵਿੱਚ ਚੇਂਜ ਨਹੀਂ ਕੀਤਾ ਜਾ ਸਕਦਾ ਸੀ, ਉਹ ਫਿਕਸ ਰਹਿੰਦੇ ਨੇ। ਸਿਰਫ ਜੇ ਆਪਾਂ ਨੇ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੁੰਦਾ ਹੈ ਤਾਂ ਆਪਾਂ ਵਿਦ ਦਾ ਹੈਲਪ ਆਫ ਵੇਰੀਏਬਲ ਫੈਕਟਰ ਨੇ ਜਿਹੜੇ ਉਹਨਾਂ ਦੀ ਹੈਲਪ ਦੇ ਨਾਲ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਸ਼ਾਰਟ ਰਨ ਦੇ ਵਿੱਚ ਇਨਕਰੀਜ਼ ਕਰ ਸਕਦੇ ਹੁੰਦੇ ਆ। ਫਿਕਸਡ ਫੈਕਟਰ ਕਿਹੜੇ ਹੁੰਦੇ ਨੇ? ਜਿਵੇਂ ਕਿ ਪਲਾਂਟ ਹੋ ਗਿਆ, ਮਸ਼ੀਨਰੀ ਹੋ ਗਈ, ਕਿਉਂਕਿ ਪਲਾਂਟ ਤੇ ਮਸ਼ੀਨਰੀ ਤੇ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ, ਇਹਨੂੰ ਆਪਾਂ ਇੱਕਦਮ ਬਾਏ ਨਹੀਂ ਕਰ ਸਕਦੇ। ਲੈਂਡ ਆਪਾਂ ਇੱਕਦਮ ਬਾਏ ਨਹੀਂ ਕਰ ਸਕਦੇ, ਬਿਲਡਿੰਗ ਆਪਾਂ ਇੱਕਦਮ ਨਹੀਂ ਬਣਾ ਸਕਦੇ। ਤਾਂ ਇਹ ਜਿਹੜੇ ਫੈਕਟਰਸ ਹੁੰਦੇ ਨੇ ਸ਼ਾਰਟ ਰਨ ਦੇ ਵਿੱਚ ਫਿਕਸ ਰਹਿੰਦੇ ਨੇ, ਲੇਕਿਨ ਲੌਂਗ ਰਨ ਦੇ ਵਿੱਚ ਆਪਾਂ ਇਹਨਾਂ ਦੇ ਵਿੱਚ ਚੇਂਜ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹੁੰਦੇ ਹਾਂ। ਤਾਂ ਸ਼ਾਰਟ ਰਨ ਦੇ ਵਿੱਚ ਜੇ ਆਪਾਂ ਨੇ ਪ੍ਰੋਡਕਸ਼ਨ ਇਨਕਰੀਜ਼ ਕਰਨੀ ਸੀ ਤਾਂ ਆਪਾਂ ਸਿਰਫ ਵੇਰੀਏਬਲ ਫੈਕਟਰਸ ਜਿਵੇਂ ਕਿ ਰॉ ਮਟੀਰੀਅਲ ਤੇ ਲੇਬਰ ਨੂੰ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਕੀ ਕਰ ਸਕਦੇ ਸੀ? ਇਨਕਰੀਜ਼ ਕਰ ਸਕਦੇ। ਤੇ ਇਹ ਸੀ ਫਿਕਸ ਤੇ ਵੇਰੀਏਬਲ ਫੈਕਟਰਸ ਜਿਨ੍ਹਾਂ ਦਾ ਸ਼ਾਰਟ ਰਨ ਤੇ ਲੌਂਗ ਰਨ ਤੇ ਇਫੈਕਟ ਪੈਂਦਾ ਹੈ। ਲੌਂਗ ਰਨ ਦੇ ਵਿੱਚ ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਨੇ ਉਹ ਕਿਤੇ ਨੇ ਵੇਰੀਏਬਲ ਹੁੰਦੇ ਨੇ। ਆਪਾਂ ਨਿਊ ਮਸ਼ੀਨਰੀ ਵੀ ਲੈ ਸਕਦੇ ਹਾਂ, ਨਿਊ ਪਲਾਂਟ ਵੀ ਸੈਟਅਪ ਕਰ ਸਕਦੇ ਹਾਂ, ਬਿਲਡਿੰਗ ਵੀ ਸੈਟਅਪ ਕਰ ਸਕਦੇ ਹਾਂ, ਠੀਕ ਹੈ, ਤੇ ਲੇਬਰ ਵਗੈਰਾ ਵੀ ਇਨਕਰੀਜ਼ ਕਰ ਸਕਦੇ ਹਾਂ ਰॉ ਮਟੀਰੀਅਲ ਦੀ। ਤਾਂ ਲੌਂਗ ਰਨ ਦੇ ਵਿੱਚ ਸਾਰੇ ਹੀ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਵੇਰੀਏਬਲਸ ਹੋਣਗੇ। ਆਪਾਂ ਸਾਰਿਆਂ ਦੇ ਵਿੱਚ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਕੀ ਕਰ ਸਕਦੇ ਹਾਂ? ਇਨਕਰੀਜ਼ ਕਰ ਸਕਦੇ ਹਾਂ। ਤਾਂ ਫਿਰ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਆਪਾਂ ਨੇ ਦੇਖਿਆ ਸੀ ਕਿ ਕੋਈ ਵੀ ਪ੍ਰੋਡਿਊਸਰਸ ਜਦੋਂ ਡਿਸੀਜਨ ਲੈਂਦਾ ਹੈ ਕਿ ਉਹਨੇ ਪ੍ਰੋਡਕਸ਼ਨ ਕਿਸ ਤਰ੍ਹਾਂ ਕਰਨੀ ਆ ਤਾਂ ਉਹਦਾ ਮੇਨ ਮੋਟਿਵ ਕੀ ਹੁੰਦਾ? ਕਿ ਪ੍ਰੋਫਿਟ ਮੈਕਸਿਮਾਈਜੇਸ਼ਨ ਕਰਨਾ। ਕੋਈ ਵੀ ਪ੍ਰੋਡਿਊਸਰ ਸੋਚੇਗਾ ਕਿ ਉਹਨੇ ਪ੍ਰੋਡਕਸ਼ਨ ਜ਼ਿਆਦਾ ਤੋਂ ਜ਼ਿਆਦਾ ਕਰਨੀ ਹੈ, ਲੇਕਿਨ ਉਹਦੀ ਉਸ ਪ੍ਰੋਡਕਸ਼ਨ ਦੀ ਜਿਹੜੀ ਲਾਗਤ ਆ ਉਹ ਘੱਟ ਤੋਂ ਘੱਟ ਲੱਗੇ, ਜਿਹੜਾ ਖਰਚਾ ਹੈ ਉਹ ਘੱਟ ਤੋਂ ਘੱਟ ਹੋਵੇ, ਤਦੇ ਉਹ ਜਿਹੜਾ ਆਪਣਾ ਪ੍ਰੋਫਿਟ ਮੈਕਸਿਮਾਈਜੇਸ਼ਨ ਆ ਉਹ ਕੀ ਕਰ ਸਕਦਾ ਹੈ? ਕਰ ਸਕਦਾ ਹੈ। ਤਾਂ ਫਿਰ ਕੀ ਹੈ ਜਿਹੜੀ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਡਿਊਸਰਸ ਕੀ ਸੋਚਦਾ? ਸਭ ਤੋਂ ਪਹਿਲਾਂ ਉਹਨੂੰ ਕਿਸ ਨਾਲ ਰਿਲੇਟਡ ਡਿਸੀਜਨ ਲੈਣਾ ਪੈਂਦਾ? ਆਪਣੀ ਫਰਮ ਦੇ ਵਿੱਚ ਉਹ ਕੀ ਸੋਚਦਾ ਹੈ ਕਿ ਵਿਚ ਕਮੋਡਿਟੀ ਵਿਲ ਬੀ ਪ੍ਰੋਡਿਊਸ, ਵੀ ਕਿਹੜੀ ਕਮੋਡਿਟੀ ਨੂੰ ਪ੍ਰੋਡਿਊਸ ਕੀਤਾ ਜਾਵੇ, ਵੀ ਆਪਾਂ ਨੇ ਕਿਹੜੀ ਗੁੱਡ ਨੂੰ ਪ੍ਰੋਡਿਊਸ ਕਰਨਾ ਹੈ, ਕੰਜ਼ਿਊਮਰ ਗੁੱਡਸ ਨੂੰ ਪ੍ਰੋਡਿਊਸ ਕਰਨਾ ਹੈ ਜਾਂ ਫਿਰ ਆਪਣੀ ਪ੍ਰੋਡਿਊਸਰ ਗੁੱਡਸ ਨੂੰ ਪ੍ਰੋਡਿਊਸ ਕਰਨਾ, ਕੋਈ ਫੂਡ ਪ੍ਰੋਡਕਟ ਪ੍ਰੋਡਿਊਸ ਕਰਨਾ ਹੈ ਜਾਂ ਕਮਰਸ਼ੀਅਲ ਗੁੱਡਸ, ਕੋਈ ਮਸ਼ੀਨ ਵਗੈਰਾ ਪ੍ਰੋਡਿਊਸ ਕਰਨੀ ਆ, ਠੀਕ ਹੈ। ਤਾਂ ਸੈਕਿੰਡ, ਹਾਊ ਮਚ ਕੁਆਂਟੀਟੀ ਵਿਲ ਬੀ ਪ੍ਰੋਡਿਊਸ, ਵੀ ਕਿਸੇ ਵੀ ਗੁੱਡ ਨੂੰ ਜੋ ਉਸਨੂੰ ਆਪਾਂ ਨੇ ਪ੍ਰੋਡਿਊਸ ਕਰਨਾ ਹੈ ਉਹਦੀ ਕਿੰਨੀ ਕੁਆਂਟੀਟੀ ਨੂੰ ਪ੍ਰੋਡਿਊਸ ਕਰਨਾ ਹੈ, ਉਹਦੀ ਸਪਲਾਈ ਕਿੰਨੀ ਕਰਨੀ ਆ। ਤੇ ਅੱਗੇ ਹੈਗਾ ਕਿ ਕਿਸ ਸਾਧਨ ਦੇ ਨਾਲ, ਕਿਸ ਸਾਧਨ ਦੇ ਨਾਲ ਉਸ ਗੁੱਡ ਨੂੰ ਪ੍ਰੋਡਿਊਸ ਕਰਨਾ ਹੈ, ਕਿਸ ਟੈਕਨੀਕ ਦੇ ਨਾਲ ਉਸ ਗੁੱਡ ਨੂੰ ਪ੍ਰੋਡਿਊਸ ਕਰਨਾ ਹੈ, ਕੈਪੀਟਲ ਇੰਟੈਂਸਿਵ ਟੈਕਨੀਕ ਜਾਂ ਲੇਬਰ ਇੰਟੈਂਸਿਵ ਟੈਕਨੀਕਸ। ਪ੍ਰੋਡਿਊਸਰ ਉਸੇ ਟੈਕਨੀਕ ਨੂੰ ਯੂਜ਼ ਕਰੇਗਾ ਜਿਸ ਦੇ ਵਿੱਚ ਉਹਦੀ ਜਿਹੜੀ ਕਾਸਟ ਹੈ ਘੱਟ ਤੋਂ ਘੱਟ ਕੀ ਹੋਏਗੀ? ਲੱਗੇਗੀ। ਤੇ ਉਸ ਤੋਂ ਬਾਅਦ ਕੀ ਹੈ ਕਿ ਉਹਨੇ ਮਾਰਕੀਟ ਦੇ ਵਿੱਚ ਆਪਣੀ ਗੁੱਡਸ ਨੂੰ ਲੈ ਕੇ ਕਿੱਦਾਂ ਜਾਣਾ ਹੈ, ਠੀਕ ਹੈ, ਤੇ ਉਹਦੀ ਐਡਵਰਟਾਈਜ਼ਮੈਂਟ ਕਿੱਦਾਂ ਕਰਨੀ ਹੈ, ਲੋਕਾਂ ਨੂੰ ਆਪਣੇ ਪ੍ਰੋਡਕਟ ਬਾਰੇ ਨੌਲੇਜ ਕਿੱਦਾਂ ਦੇਣੀ ਆ, ਉਹਦੀ ਐਡਵਰਟਾਈਜ਼ਮੈਂਟ ਕਿੱਦਾਂ ਕਰਨੀ ਹੈ, ਉਹਦੀ ਪੈਕਿੰਗ ਕਿੱਦਾਂ ਦੀ ਹੋਵੇ, ਲੇਬਲਿੰਗ ਕਿੱਦਾਂ ਦੀ ਹੋਵੇ, ਤੇ ਆਪਣੀ ਗੁੱਡ ਦਾ ਉਹਨੇ ਪ੍ਰਾਈਸ ਕਿੰਨਾ ਫਿਕਸ ਰੱਖਣਾ ਹੈ, ਪ੍ਰਾਈਸ ਕੀ ਹੋਣਾ ਚਾਹੀਦਾ ਉਸ ਗੁੱਡ ਦਾ। ਇਹ ਸਾਰੇ ਜਿਹੜੇ ਡਿਸੀਜਨਸ ਨੇ ਇੱਕ ਪ੍ਰੋਡਿਊਸਰਸ ਨੂੰ ਪ੍ਰੋਡਕਸ਼ਨ ਕਰਨ ਟਾਈਮ ਲੈਣੇ ਪੈਂਦੇ ਨੇ। ਜਦੋਂ ਉਹਨੇ ਕਿਸੇ ਵੀ ਗੁੱਡ ਦੀ ਪ੍ਰੋਡਕਸ਼ਨ ਕਰਨੀ ਆ ਇਹ ਡਿਸੀਜਨ ਲੈ ਕੇ ਹੀ ਉਹ ਕੀ ਕਰਦਾ? ਕਿਸੇ ਚੀਜ਼ ਦੀ ਪ੍ਰੋਡਕਸ਼ਨ ਨੂੰ ਕੀ ਕਰਦਾ? ਸਟਾਰਟ ਕਰਦਾ। ਤੇ ਜਿਹੜੀ ਪ੍ਰੋਡਕਸ਼ਨ ਹੈ ਉਹ ਡਿਪੈਂਡ ਕਰਦੀ ਹੈ ਕਿ ਸਾਨੂੰ ਪ੍ਰੋਫਿਟ ਹੋ ਰਿਹਾ, ਲਾਸ ਹੋ ਰਿਹਾ ਜਾਂ ਨਾਰਮਲ ਪ੍ਰੋਫਿਟ ਹੋ ਰਿਹਾ, ਕਿ ਕਦੋਂ ਤੱਕ ਕੋਈ ਪ੍ਰੋਡਿਊਸਰ ਹੈ ਜਿਹੜਾ ਉਹ ਪ੍ਰੋਡਕਸ਼ਨ ਕਰ ਸਕਦਾ ਤੇ ਪ੍ਰੋਡਕਸ਼ਨ ਕਰਨ ਟਾਈਮ 'ਚ ਉਹਨੂੰ ਕਿਸ ਕਿਸ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਪ੍ਰੋਡਕਸ਼ਨ ਕਰਨ ਟਾਈਮ ਉਹਨੂੰ ਆਪਣੇ ਪ੍ਰੋਫਿਟ ਦਾ, ਕਾਸਟ ਦਾ,
ठीक है, फैक्टर ऑफ प्रोडक्शनस दे जो रिसोर्सेस ने उन्होंने पेमेंट्स का ये सब कुछ गल्लां दा की आप ध्यान रखना पैंदा है। इनू करते देखते हुए ही की करता अपनी प्रोडक्शन को इंक्रीज करता। ਤਾਂ ਫਿਰ ਪ੍ਰੋਡਕਸ਼ਨ ਹੁੰਦੀ ਕੀ ਹੈ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਪ੍ਰੋਡਕਸ਼ਨ ਫੰਕਸ਼ਨ ਕੀ ਹੁੰਦਾ ਹੈ ਦੇਖੋ ਪ੍ਰੋਫੈਸਰ ਫਰਗੂਸਨ ਦੇ ਅਨੁਸਾਰ ਉਤਪਾਦਨ ਦੇ ਸਿਧਾਂਤ ਦਾ ਸੰਬੰਧ ਉਸ ਵਿਸ਼ਲੇਸ਼ਣ ਨਾਲ ਹੈ ਜਿਸ ਦੀ ਸਹਾਇਤਾ ਨਾਲ ਉਤਪਾਦਕ ਇੱਕ ਨਿਸ਼ਚਿਤ ਉਤਪਾਦਨ ਤਕਨੀਕ ਦੇ ਆਧਾਰ ਤੇ ਵੱਖਰੇ ਸਾਧਨਾਂ ਦੀ ਕੁਸ਼ਲਤਾਪੂਰਵਕ ਇਸ ਤਰ੍ਹਾਂ ਸੰਯੋਗ ਕਰਦਾ ਹੈ ਜਿਸ ਨਾਲ ਇੱਕ ਨਿਊਨਤਮ ਲਾਗਤ ਤੇ ਨਿਸ਼ਚਿਤ ਮਾਤਰਾ ਵਿੱਚ ਉਤਪਾਦਨ ਕੀਤਾ ਜਾ ਸਕੇ। मतलब थ्योरी ऑफ प्रोडक्शन सानू दसदी है रिलेशनशिप बिटवीन द इनपुट्स एंड आउटपुट्स। इनपुट्स मीन्स फैक्टर ऑफ प्रोडक्शन जिवें कि लैंड लेबर कैपिटल एंड एंटरप्रेन्योर्स। जो प्रोडक्शन जिहदे थ्रू प्रोडक्शन की जा सकती है चार साधनों के द्वारा प्रोडक्शन की जा सकती है तो सानू थ्योरी ऑफ प्रोडक्शन दसदे कि किस तरह जिहड़े फैक्टर्स ने इन्हां दा अपनी कुशलतापूर्वक प्रयोग करना है इन्हां दे कॉम्बीनेशंस नू यूज करना है डिफरेंट फैक्टर्स दे नू तां जो जिहड़ी साडी लागत है वो की होवे घट तो घट होवे मिनिमम कॉस्ट होवे ते ज़्यादा तो ज़्यादा की होवे उत्पादन होवे प्रोडक्शन होवे। कहते इस दे विच रिलेशनशिप इनपुट्स एंड आउटपुट्स दे विच सानू रिलेशनशिप दसदा है प्रोडक्शन फंक्शन थ्योरी ऑफ प्रोडक्शन। तो आप कह सकते हैं कि जो प्रोडक्शन है वो किस चीज़ का फंक्शन है लैंड लेबर कैपिटल एंड एंटरप्रेन्योर इन्हां चारां ते डिपेंड करता है। अगे उत्पादन के सिद्धांत का संबंध मुख्य रूप से दो गल्लां नाल है मीनस मेन जिहड़ियां टू थिंग्स ने आपां नूं माइंड दे विच रखणियां पैंदियां ने थ्योरी ऑफ प्रोडक्शन नूं जानने दे लई। सब तो पहला प्रोडक्शन फंक्शन एंड सैकंड इज द लॉ ऑफ रिटर्न्स। प्रोडक्शन फंक्शन उत्पादन फलन जिहदे विच असीं देखांगे कि आपां ने किस चीज़ दे थ्रू आपां प्रोडक्शन कर रहे हैं। प्रोडक्शन किस चीज़ का फंक्शन है जिवें मैं तुहानूं दस्सी आ फोर फैक्टर ऑफ प्रोडक्शनस लैंड लेबर कैपिटल एंड एंटरप्रेन्योर्स ते इन्हां चारां ते डिपेंड करता है। ਤੇ ਆਪਾਂ ਇਹਨਾਂ ਦੇ ਵਿੱਚ ਜਿਹੜੇ ਕੁਝ ਫੈਕਟਰਸ ਨੇ ਸ਼ਾਰਟ ਰਨ ਦੇ ਵਿੱਚ ਫਿਕਸ ਰਹਿੰਦੇ ਨੇ ਤੇ ਕੁਝ ਵੇਰੀਏਬਲਸ ਹੁੰਦੇ ਨੇ ਐਂਡ ਲੌਂਗ ਰਨ ਦੇ ਵਿੱਚ ਆਲ ਦ ਫੈਕਟਰਸ ਆਰ ਵੇਰੀਏਬਲਸ ਹੁੰਦੇ ਨੇ। ਤੇ ਪ੍ਰਤੀਫਲ ਦੇ ਨਿਯਮ ਦੇ ਵਿੱਚ ਲਾਜ਼ ਆਫ ਰਿਟਰਨਸ ਆਉਂਦੇ ਨੇ ਕਿ ਜਦੋਂ ਆਪਾਂ ਕੋਈ ਵੀ ਇਨਪੁਟਸ ਦਿੰਦੇ ਆਪਾਂ ਨੂੰ ਉਹਦਾ ਰਿਟਰਨਸ ਮਿਲਦਾ ਤੇ ਇਹ ਲਾਅ ਕਿੱਦਾਂ ਅਪਲਾਈ ਹੁੰਦੇ ਨੇ ਨਹੀਂ ਰਿਟਰਨਸ ਕਿੱਦਾਂ ਦੇ ਹੁੰਦੇ ਨੇ ਪੋਜ਼ਿਟਿਵ ਹੁੰਦੇ ਨੇ ਜਾਂ ਨੈਗੇਟਿਵ ਹੁੰਦੇ ਨੇ ਆਪਾਂ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਇਹਨਾਂ ਦੇ ਬਾਰੇ ਪੜਾਂਗੇ। ਤੇ ਉਸ ਤੋਂ ਬਾਅਦ ਲਾਅ ਆਫ ਰਿਟਰਨਸ ਪ੍ਰਤੀਫਲ ਦੇ ਨਿਯਮ ਲਾਅ ਆਫ ਰਿਟਰਨਸ ਨੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ। ਲਾਅ ਆਫ ਰਿਟਰਨਸ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਇੱਕ ਤਾਂ ਹੈਗਾ ਰਿਟਰਨ ਟੂ ਅ ਫੈਕਟਰ ਇੱਕ ਹੈਗਾ ਰਿਟਰਨ ਟੂ ਅ ਸਕੇਲ। ਜਿਹੜਾ ਰਿਟਰਨ ਟੂ ਅ ਫੈਕਟਰ ਹੈ ਉਹ ਸ਼ਾਰਟ ਰਨ ਦੇ ਵਿੱਚ ਅਪਲਾਈ ਹੁੰਦਾ ਹੈ ਰਿਟਰਨ ਟੂ ਅ ਸਕੇਲ ਲੌਂਗ ਰਨ ਦੇ ਵਿੱਚ ਅਪਲਾਈ ਹੁੰਦਾ ਹੈ। ਇੱਕ ਹੈਗਾ ਛੋਟੇ ਪੈਮਾਨੇ ਦੇ ਨਿਯਮ ਇੱਕ ਹੈਗਾ ਵੱਡੇ ਪੈਮਾਨੇ ਦੇ। ਛੋਟੇ ਪੈਮਾਨੇ ਦੇ ਨਿਯਮ ਦੇ ਵਿੱਚ ਕੀ ਆ ਕਹਿੰਦੇ ਸ਼ਾਰਟ ਰਨ ਦੇ ਵਿੱਚ ਆਪਾਂ ਗੁਡਸ ਦੀ ਪ੍ਰੋਡਕਸ਼ਨ ਕਰਦੇ ਹੁੰਦੇ ਆ ਜਦੋਂ ਸ਼ਾਰਟ ਰਨ ਦੇ ਵਿੱਚ ਗੁਡਸ ਦੀ ਪ੍ਰੋਡਕਸ਼ਨ ਕਰਦੇ ਹੁੰਦੇ ਆ ਰਿਟਰਨ ਟੂ ਆ ਫੈਕਟਰ ਦੇ ਵਿੱਚ ਤਾਂ ਆਪਾਂ ਸਿਰਫ ਕਹਿੰਦੇ ਕੁਝ ਜਿਹੜੇ ਫੈਕਟਰਸ ਨੇ ਫਿਕਸ ਹੁੰਦੇ ਨੇ ਕੁਝ ਵੇਰੀਏਬਲਸ ਹੁੰਦੇ ਨੇ ਫਿਕਸ ਫੈਕਟਰਸ ਨੂੰ ਆਪਾਂ ਇਨਕਰੀਜ਼ ਨਹੀਂ ਕਰ ਸਕਦੇ ਤਦ ਆਪਾਂ ਸ਼ਾਰਟ ਰਨ ਦੇ ਵਿੱਚ ਓਨਲੀ ਵੇਰੀਏਬਲ ਫੈਕਟਰਸ ਜਿਵੇਂ ਕਿ ਲੇਬਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਕੀ ਕਰਦੇ ਆ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦੇ ਆ। ਤਾਂ ਰਿਟਰਨ ਟੂ ਆ ਫੈਕਟਰਸ ਦੇ ਵਿੱਚ ਤਿੰਨ ਤਰ੍ਹਾਂ ਦੇ ਲਾਅ ਨੇ ਜਿਹੜੇ ਅਪਲਾਈ ਹੁੰਦੇ ਨੇ ਇੱਕ ਤਾਂ ਹੈਗਾ ਆਪਣਾ ਘਟਦੇ ਪ੍ਰਤੀਫਲ ਦੇ ਨਿਯਮ ਤੇ ਵੱਧਦੀਆਂ ਲਾਗਤਾਂ ਦਾ ਨਿਯਮ ਜਿਹਨੂੰ ਆਪਾਂ ਕਹਿੰਦੇ ਆ ਡਿਮਿਨਿਸ਼ਿੰਗ ਰਿਟਰਨ ਟੂ ਆ ਫੈਕਟਰਸ ਐਂਡ ਇਨਕਰੀਜ਼ਿੰਗ ਕਾਸਟ ਤੇ ਦੂਸਰਾ ਹੈ ਵੱਧਦੇ ਪ੍ਰਤੀਫਲ ਦਾ ਨਿਯਮ ਤੇ ਘਟਦੀਆਂ ਲਾਗਤਾਂ ਦਾ ਨਿਯਮ ਜਿਹਨੂੰ ਆਪਾਂ ਬੋਲਦੇ ਇਨਕਰੀਜ਼ਿੰਗ ਰਿਟਰਨ ਟੂ ਆ ਫੈਕਟਰ ਐਂਡ ਡਿਕਰੀਜ਼ਿੰਗ ਕਾਸਟ ਤੇ ਥਰਡ ਹੈ ਸਮਾਨ ਪ੍ਰਤੀਫਲ ਦੇ ਨਿਯਮ ਤੇ ਸਮਾਨ ਲਾਗਤਾਂ ਦਾ ਨਿਯਮ ਜਿਹਨੂੰ ਆਪਾਂ ਬੋਲਦੇ ਕਾਂਸਟੈਂਟ ਰਿਟਰਨਸ ਟੂ ਆ ਫੈਕਟਰਸ ਐਂਡ ਕਾਂਸਟੈਂਟ ਲਾਅ ਆਫ ਕਾਂਸਟੈਂਟ ਕਾਸਟ। ठीक है ये थ्री लॉज ने ਜਿਹੜੇ ਰਿਟਰਨ ਟੂ ਆ ਫੈਕਟਰ ਦੇ ਵਿੱਚ ਅਪਲਾਈ ਹੁੰਦੇ ਨੇ। ਰਿਟਰਨ ਟੂ ਆ ਫੈਕਟਰ ਇਜ਼ ਡਿਫਰੈਂਟ ਥਿੰਗ ਐਂਡ ਰਿਟਰਨ ਟੂ ਆ ਸਕੇਲ ਇਜ਼ ਡਿਫਰੈਂਟ ਥਿੰਗ। ਰਿਟਰਨ ਟੂ ਆ ਫੈਕਟਰ ਦੇ ਵਿੱਚ ਸ਼ਾਰਟ ਰਨ ਦੇ ਵਿੱਚ ਅਪਲਾਈ ਹੁੰਦੀ ਹੈ ਜਦੋਂ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਇਨਕਰੀਜ਼ ਕਰਦੀ ਹੈ ਐਂਡ ਰਿਟਰਨ ਟੂ ਸਕੇਲ ਲੌਂਗ ਰਨ ਦੇ ਵਿੱਚ ਅਪਲਾਈ ਹੁੰਦੀ ਆ ਜਿਹਦੇ ਵਿੱਚ ਆਪਾਂ ਜਦੋਂ ਸਾਰੇ ਹੀ ਫੈਕਟਰਸ ਦੇ ਵਿੱਚ ਚੇਂਜ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦੇ ਹਾਂ। ਇੱਥੇ ਆਪਾਂ ਸ਼ਾਰਟ ਰਨ ਦੀ ਗੱਲ ਕਰ ਰਹੇ ਹਾਂ ਸ਼ਾਰਟ ਰਨ ਦੇ ਵਿੱਚ ਰਿਟਰਨ ਟੂ ਆ ਫੈਕਟਰ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਜਿਹੜੇ ਬਾਕੀ ਫੋਰ ਫੈਕਟਰਸ ਦੇ ਵਿੱਚੋਂ ਜਦੋਂ ਇੱਕ ਫੈਕਟਰਸ ਨੂੰ ਚੇਂਜ ਕਰਦੇ ਆ ਜਿਹੜਾ ਵੇਰੀਏਬਲ ਫੈਕਟਰ ਦੇ ਬਾਕੀ ਤਿੰਨੇ ਫੈਕਟਰਸ ਜਦੋਂ ਫਿਕਸ ਰਹਿੰਦੇ ਨੇ ਤਾਂ ਕਿਸ ਤਰ੍ਹਾਂ ਆਪਣੇ ਜਿਹੜੇ ਰਿਟਰਨਸ ਨੇ ਆਉਂਦੇ ਨੇ ਜਦੋਂ ਆਪਾਂ ਇੱਕ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਦੇ ਆ ਫॉर ਦਾ ਇਨਕਰੀਜ਼ ਇਨ ਪ੍ਰੋਡਕਸ਼ਨਸ। ਤਾਂ ਤਿੰਨ ਤਰ੍ਹਾਂ ਦੇ ਜਿਹੜੇ ਇਹ ਲਾਅ ਨੇ ਉੱਥੇ ਕੀ ਹੁੰਦੇ ਨੇ ਅਪਲਾਈ ਹੁੰਦੇ ਨੇ। ਪਰ ਆਪਾਂ ਪੜ੍ਹਦੇ ਇਹਨਾਂ ਦੇ ਥ੍ਰੀ ਲਾਅਸ ਨੂੰ ਰਿਟਰਨ ਟੂ ਆ ਫੈਕਟਰ ਦਿਆਂ ਨੂੰ। सब तो पहला है घटते प्रतिफल के नियम। घटते प्रतिफल के नियम मीनस डिमिनिशिंग रिटर्न टू आ लॉ ऑफ डिमिनिशिंग रिटर्न टू आ फैक्टर। जो आप शॉर्ट रन के अपनी प्रोडक्शन में इनक्रीज करना है तदों जो आप सिर्फ एक वेरीएबल्स कॉन्सटेंट फैक्टर्स के नाल सिर्फ एक वेरीएबल्स के इनक्रीज करते हैं
पहला तो जो इंक्रीज करते हैं अपने जो रिटर्न्स ने पॉजिटिव होंगे फिर कांस्टेंट होंगे लेकिन एक लेवल तो बाद अपने जो रिटर्न्स ने वो डिमिनिशिंग होने स्टार्ट हो जाएंगे। ਫੋਰ ਐਗਜ਼ਾਮਪਲ ਜਿਵੇਂ ਕਿ ਐਗਰੀਕਲਚਰ ਸੈਕਟਰ ਹੈ ਐਗਰੀਕਲਚਰ ਸੈਕਟਰਸ ਦੇ ਵਿੱਚ ਇਹ ਤਿੰਨੇ ਜਿਹੜੇ ਲਾਅ ਨੇ ਮੈਂ ਤੁਹਾਨੂੰ ਇਸ ਦੀ ਹੈਲਪ ਦੇ ਨਾਲ ਸਮਝਾ ਦਿੰਦੀ ਹਾਂ ਫੋਰ ਵਨ ਐਗਜ਼ਾਮਪਲ ਜਿਵੇਂ ਕਿ ਐਗਰੀਕਲਚਰ ਸੈਕਟਰ ਆ ਉਹਦੇ ਵਿੱਚ 10 ਏਕੜ ਲੈਂਡ ਹੈ ਠੀਕ ਹੈ ਪਹਿਲਾਂ ਮੈਂ ਉੱਥੇ ਸਿਰਫ 1 ਲੇਬਰ ਯੂਜ਼ ਕਰ ਰਿਹਾ ਤਾਂ ਲੈਂਡ ਇਜ਼ ਅ ਫਿਕਸ ਫੈਕਟਰ ਜੋ ਫਿਕਸ ਹੈ ਲੈਂਡ 10 10 10 10 ਹੀ ਰਹੇਗੀ ਲੈਂਡ ਪਰ ਇਨਕਰੀਜ਼ ਨਹੀਂ ਕਰਨਾ ਇਨਾ ਸ਼ਾਰਟ ਟਰਮ ਰਿਟਰਨ ਟੂ ਅ ਫੈਕਟਰ ਦੇ ਵਿੱਚ जब अपने की कितना लैंड कांस्टेंट है एंड अपन यूनिट्स ऑफ लेबर ਨੂੰ ਕੀ ਕਰ ਰਹੇ ਹਾਂ ਇੰਕਰੀਜ਼ ਕਰ ਰਹੇ ਹਾਂ यूनिट्स ऑफ लेबर ਨੂੰ ਇੰਕਰੀਜ਼ ਕਰਾਂਗੇ ਤਾਂ ਜਿਵੇਂ ਜਿਵੇਂ ਪਹਿਲਾਂ ਲੇਬਰ ਇੰਕਰੀਜ਼ ਕਰਾਂਗੇ ਆਪਣੇ ਜਿਹੜੇ ਰਿਟਰਨਸ ਨੇ ਪੋਜ਼ਿਟਿਵ ਹੋਣਗੇ ਜਦੋਂ ਤੱਕ ਲੈਂਡ ਦੀ ਫਰਟੀਲਿਟੀ ਨੂੰ ਆਪਾਂ ਫੁੱਲ ਯੂਟਿਲਾਈਜ਼ ਨਹੀਂ ਕਰਦੇ ਕਿਉਂਕਿ ਲੈਂਡ ਦੀ ਫੁੱਲ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਲੇਬਰ ਦੀ ਜ਼ਿਆਦਾ ਲੋਡ ਸੀ ਕਿਉਂਕਿ ਲੈਂਡ ਜ਼ਿਆਦਾ ਸੀ 10 ਏਕੜ ਸੀ ਲੇਕਿਨ ਲੇਬਰ ਘੱਟ ਲੱਗੀ ਹੋਈ ਸੀ ਜਿਵੇਂ ਜਿਵੇਂ ਆਪਾਂ ਲੇਬਰ ਵਧਾਵਾਂਗੇ ਆਪਣੀ ਪਹਿਲਾਂ ਜਿਹੜੇ ਰਿਟਰਨਸ ਨੇ ਉਹ ਇੰਕਰੀਜ਼ ਹੋਣਗੇ ਲੇਕਿਨ ਜਿੱਥੇ ਲੈਂਡ ਦੀ ਫੁੱਲ ਯੂਟਿਲਾਈਜੇਸ਼ਨ ਹੋ ਗਈ ਫਿਕਸ ਫੈਕਟਰ ਦੀ ਫੁੱਲ ਯੂਟਿਲਾਈਜੇਸ਼ਨ ਹੋ ਗਈ ਜਿੱਥੇ ਲੈਂਡ ਮੀਨਸ 10 ਏਕੜ ਜਿਹੜੀ ਲੈਂਡ ਆਪਣੀ ਉਹਦੀ ਫੁੱਲ ਯੂਟਿਲਾਈਜੇਸ਼ਨ ਹੋ ਗਈ ਪ੍ਰੋਪਰ ਫਰਟੀਲਿਟੀ ਨੂੰ ਆਪਾਂ ਨੇ ਯੂਜ਼ ਕਰ ਲਿਆ ਪ੍ਰੋਡਕਸ਼ਨ ਦੇ ਲਈ ਉੱਥੇ ਤੱਕ ਆਪਾਂ ਲੇਬਰ ਨੂੰ ਵਧਾ ਸਕਦੇ ਹਾਂ ਜਿਵੇਂ ਕਿ ਫੋਰ ਐਗਜ਼ਾਮਪਲ ਪਹਿਲਾਂ 1 ਲੇਬਰ ਯੂਜ਼ ਕਰ ਰਹੇ ਸੀ ਹੁਣ 5 ਲੇਬਰ ਯੂਜ਼ ਕਰ ਰਹੇ ਤਾਂ 5 ਲੇਬਰ ਨੇ ਮੈਕਸਿਮਮ ਆਪਣੀ ਟੋਟਲ ਪ੍ਰੋਡਕਸ਼ਨ ਹੈ ਜਿਹੜੀ ਉਹ ਲੈਂਡ ਦੀ 10 ਏਕੜ ਦੀ ਇਨਕਰੀਜ਼ ਕਰਤੀ ਲੇਕਿਨ ਹੁਣ ਉਸ ਤੋਂ ਬਾਅਦ ਵੀ ਜੇ ਆਪਾਂ 6-7 ਲੈਂਡ ਲਗਾਵਾਂਗੇ ਤਾਂ ਜਿਹੜੀ ਫਰਟੀਲਿਟੀ ਹੈ ਲੈਂਡ ਦੀ ਉਹਦੇ ਉਹ ਖਤਮ ਹੋ ਚੁੱਕੀ ਹੈ ਉਹਦੇ ਵਿੱਚ ਕਹਿੰਦੇ ਆਪਾਂ ਐਨੀ ਉਸ ਤੋਂ ਜ਼ਿਆਦਾ ਪ੍ਰੋਡਕਸ਼ਨ ਨਹੀਂ ਕਰ ਸਕਦੇ ਤਾਂ ਕੀ ਹੋਏਗਾ ਆਪਣੇ ਜਿਹੜੇ ਰਿਟਰਨਸ ਨੇ ਉਹ ਨੈਗੇਟਿਵ ਆਉਣੇ ਸਟਾਰਟ ਹੋ ਜਾਣਗੇ ਘਟਨੇ ਸਟਾਰਟ ਹੋ ਜਾਣਗੇ ਕਿਉਂਕਿ ਆਪਾਂ ਲੋਡ ਤੋਂ ਵੱਧ ਮਜ਼ਦੂਰ ਲਗਾ ਰਹੇ ਹਾਂ 10 ਏਕੜ ਲੈਂਡ ਤੇ ਐਨੇ ਲੇਬਰ ਦੀ ਲੋਡ ਨਹੀਂ ਹੈ ਜਿੰਨੀ ਹੁਣ ਆਪਾਂ ਇਨਕਰੀਜ਼ ਕਰ ਰਹੇ ਹਾਂ ਠੀਕ ਹੈ ਤੇ ਸੈਕੰਡ ਥਿੰਗ ਆ ਕਿ ਉਹਦੀ ਜਿਹੜੀ ਯੂਟਿਲਿਟੀ ਪਾਵਰ ਹੈ ਮੀਨਸ ਜਿਹੜੀ ਆਪਣੀ ਪ੍ਰੋਡਕਸ਼ਨ ਪਾਵਰ ਹੈ ਲੈਂਡ ਦੀ ਉਹ ਖਤਮ ਹੋ ਚੁੱਕੀ ਹੈ ਤਾਂ ਆਪਣੇ ਰਿਟਰਨਸ ਕੀ ਆਉਣਗੇ ਡਿਕਰੀਜ਼ਿੰਗ ਸਟਾਰਟ ਹੋ ਜਾਣਗੇ ਜਿਹਦੇ ਨਾਲ ਆਪਣੀ ਕਾਸਟ ਇਨਕਰੀਜ਼ ਹੋਣ ਲੱਗ ਜਾਏਗੀ ਇੱਕ ਲੈਵਲ ਤੋਂ ਬਾਅਦ ਜਦੋਂ ਆਪਾਂ ਵੇਰੀਏਬਲਸ ਫੈਕਟਰਸ ਦੇ ਵਿੱਚ ਲੋਡ ਤੋਂ ਜ਼ਿਆਦਾ ਕੀ ਕਰਦੇ ਆ ਇਨਕਰੀਜ਼ ਕਰਦੇ ਹਾਂ ਤਾਂ ਦੇਖੋ ਘਟਦੇ ਪ੍ਰਤੀਫਲ ਦੇ ਨਿਯਮ ਲਾ ਆਫ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਕਿਸੇ ਇੱਕ ਸਾਧਨ ਦੀ ਨਿਸ਼ਚਿਤ ਮਾਤਰਾ ਦੇ ਨਾਲ ਉਤਪਾਦਨ ਦੇ ਦੂਜੇ ਸਾਧਨਾਂ ਦੀ ਵਧੀ ਹੋਈ ਮਾਤਰਾ ਦਾ ਸੰਯੋਗ ਕਰਨ ਤੇ ਇੱਕ ਸੀਮਾ ਦੇ ਬਾਅਦ ਉਤਪਾਦਨ ਵਿੱਚ ਘਟਣ ਦੀ ਦਰ ਦੇ ਨਾਲ ਵਾਧਾ ਹੁੰਦਾ ਹੈ ਇਹਦੇ ਵਿੱਚ ਮਤਲਬ ਕੀ ਹੈ ਕਿ ਜਦੋਂ ਆਪਾਂ ਕਿਸੇ ਇੱਕ ਸਾਧਨ ਦੀ ਨਿਸ਼ਚਿਤ ਮਾਤਰਾ ਦੇ ਨਾਲ ਉਤਪਾਦਨ ਦੇ ਦੂਜੇ ਸਾਧਨ ਨੂੰ ਵਧਾਉਂਦੇ ਹਾਂ ਜਿਵੇਂ ਕਿ ਲੈਂਡ ਦੇ ਨਾਲ ਆਪਾਂ ਲੇਬਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਦੇ ਹਾਂ ਤਾਂ ਇੱਕ ਸੀਮਾ ਤੋਂ ਬਾਅਦ ਇੱਕ ਲੈਵਲ ਤੋਂ ਬਾਅਦ ਜਿਹੜੀ ਉਤਪਾਦਨ ਹੈ ਉਹ ਕੀ ਉਹਦੇ ਵਿੱਚ ਘਟਣ ਦੀ ਦਰ ਪਈ ਜਾਏਗੀ ਜਿਹਦੇ ਨਾਲ ਕੀ ਹੋਣਗੇ ਘਟੇਗੀ ਜਦੋਂ ਉਤਪਾਦਨ ਤਾਂ ਦਿਸ ਇਜ਼ ਅ ਡਿਮਿਨਿਸ਼ਿੰਗ ਰਿਟਰਨਸ ਟੂ ਆ ਫੈਕਟਰਸ ਮੀਨਸ ਆਪਣੇ ਰਿਟਰਨਸ ਕੀ ਹੋਗੇ जिन्हें इनपुट्स ने अपने रिटर्न्स उन्हें नहीं मिल रहे इनपुट ज़्यादा है आउटपुट घट है मीन्स रिटर्न्स अपने की आ रहे हैं डिमिनिशिंग हो रहे हैं डिक्रीज हो रहे हैं क्योंकि अपन लोड तो बाद जी लेबर है एक 10 एकड़ लैंड तो की है यूज करनी स्टार्ट कर दी तब अपने लॉस क्यों होंगे डिमिनिशिंग होंगे दिस इज द डिमिनिशिंग टू अ फैक्टर रिटर्न टू अ फैक्टर ਤਾਂ ਮਾਨਤਾਵਾਂ ਕੀ ਨੇ ਤਕਨੀਕ ਵਿੱਚ ਪਰਿਵਰਤਨ ਨਹੀਂ ਤਾਂ ਇਹ ਵਿੱਚ ਆਪਾਂ ਨੇ ਬੋਲਿਆ ਕਿ ਕਿਸੇ ਵੀ ਟੈਕਨੋਲੋਜੀ ਦੇ ਵਿੱਚ ਇੰਪਰੂਵਮੈਂਟ ਨਹੀਂ ਅਗਰ ਟੈਕਨੋਲੋਜੀ ਦੇ ਵਿੱਚ ਇੰਪਰੂਵਮੈਂਟ ਹੋਏਗੀ ਤਾਂ ਕਿਤੇ ਨਾ ਕਿਤੇ ਡਿਮਿਨਿਸ਼ਿੰਗ ਰਿਟਰਨਸ ਨਹੀਂ ਆਉਣਗੇ ਪੋਜ਼ਿਟਿਵ ਹੋਣਗੇ ਅਲਪਕਾਲ ਤੇ ਇਹ ਜਿਹੜਾ ਆਪਣਾ ਲਾਅ ਹੈ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਸ਼ਾਰਟ ਰਨ ਦੇ ਵਿੱਚ ਅਪਲਾਈ ਹੁੰਦਾ ਕਿਉਂਕਿ ਕੁਝ ਫੈਕਟਰਸ ਜਿਹੜੇ ਕੀ ਨੇ ਫਿਕਸ ਨੇ ਤੇ ਕੁਝ ਵੇਰੀਏਬਲਸ ਨੇ ਠੀਕ ਹੈ ਐਂਡ ਸਮਰੂਪ ਇਕਾਈਆਂ ਜੋ ਆਪਾਂ ਲੇਬਰ ਯੂਜ਼ ਕਰ ਰਹੇ ਹਾਂ 1 ਤੋਂ ਬਾਅਦ 1 ਤੋਂ ਬਾਅਦ 1 ਉਹਦੇ ਜਿਹੜੀਆਂ ਸਾਰੀਆਂ ਇਕਾਈਆਂ ਨੇ ਉਹ ਕੀ ਨੇ ਸਮਰੂਪ ਨੇ ਉਤਪਾਦਨ ਦਾ ਮਾਪ ਆਪਾਂ ਉਤਪਾਦਨ ਦਾ ਮਾਪ ਪ੍ਰੋਡਕਸ਼ਨ ਜਿਹੜੀ ਹੈ ਜਦੋਂ ਇੱਕ ਲੈਵਲ ਵਧਾਏ ਤੇ ਦੇਖ ਰਹੇ ਹਾਂ ਕਿ ਸਾਡੀ ਕਿੰਨੀ ਪ੍ਰੋਡਕਸ਼ਨ ਵਧੀ ਹੈ ਟੀਪੀ ਐਂਡ ਐਮਪੀ ਐਂਡ ਏਪੀ ਆਪਾਂ ਤਿੰਨਾਂ ਐਵਰੇਜ ਪ੍ਰੋਡਕਸ਼ਨ ਐਂਡ ਮਾਰਜਨਲ ਪ੍ਰੋਡਕਸ਼ਨ ਐਂਡ ਟੋਟਲ ਪ੍ਰੋਡਕਸ਼ਨ ਤਿੰਨਾਂ ਨੂੰ ਦੇਖਦੇ ਹੋਏ ਨਾਲ ਦੀ ਨਾਲ ਕੀ ਕਰ ਰਹੇ ਹਾਂ ਮਈਅਰ ਕਰ ਰਹੇ ਹਾਂ ਕਿ ਆਪਣਾ ਕੀ ਇਫੈਕਟ ਪੈ ਰਿਹਾ ਲੇਬਰ ਨੂੰ ਇਨਕਰੀਜ਼ ਕਰਨ ਦੇ ਨਾਲ एंड फिफ्थ इज उपयुक्त इकाइयां मीनस आप प्रॉपर 1 बाय 1 ਜਿਹੜੀਆਂ ਲੇਬਰ ਦੀਆਂ ਕੁਆਂਟੀਟੀਜ਼ ਨੇ ਉਹ ਇਨਕਰੀਜ਼ ਕਰ ਰਹੇ ਆ ਫਿਕਸ ਫੈਕਟਰਸ ਦੇ ਨਾਲ ਤਾਂ ਜਿਹੜੀਆਂ ਸਾਰੀਆਂ ਇਕਾਈਆਂ ਨੇ ਕੀ ਹੋਣਗੀਆਂ ਉਪਯੁਕਤ ਅੱਗੇ ਨਿਯਮ ਦੀ ਵਿਆਖਿਆ ਦੇਖੋ ਲਾਅ ਦੀ ਐਕਸਪਲੇਨੇਸ਼ਨਸ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਕਿ ਕਿੱਦਾਂ ਰਿਟਰਨ ਟੂ ਅ ਫੈਕਟਰ ਦੇ ਵਿੱਚ ਜਿਹੜੇ ਆਪਣੇ ਡਿਮਿਨਿਸ਼ਿੰਗ ਰਿਟਰਨਸ ਆਉਂਦੇ ਨੇ ਤਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਡਿਮਿਨਿਸ਼ਿੰਗ ਰਿਟਰਨ ਟੂ ਆ ਫੈਕਟਰ ਸ਼ਾਰਟ ਰਨ ਦੇ ਵਿੱਚ ਗੱਲ ਕੀਤੀ ਹੈ ਕਿ ਜਦੋਂ ਸਿਰਫ ਫੈਕਟਰ ਪ੍ਰੋਡਕਸ਼ਨ ਦੇ ਸਾਰੇ ਸਾਧਨਾਂ ਨੂੰ ਸਥਿਰ ਰੱਖਦੇ ਹੋਏ ਸਿਰਫ ਇੱਕ ਜਿਹੜਾ ਵੇਰੀਏਬਲ ਫੈਕਟਰ ਉਹਨੂੰ ਇਨਕਰੀਜ਼ ਕਰਕੇ ਆਪਾਂ ਆਪਣੇ ਰਿਟਰਨਸ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹਾਂ
ਤਾਂ ਦੇਖੋ ਇਹਦੇ ਵਿੱਚ ਕੀ ਹੈ, ਯੂਨਿट्स ऑफ लेबर लिखे हुए ने एंड यूनिट्स ऑफ कैपिटल लिखे हुए ने, टोटल प्रोडक्शन लिखी हुई है, मार्जिनल प्रोडक्शन लिखी है। सबसे पहले यूनिट्स ऑफ लेबर किया 1 2 3 4 5 6 7, जो कि वन बाय वन आप की कर रहे हैं, इंक्रीज कर रहे हैं। एंड यूनिट्स ऑफ कैपिटल किया 1 1 1 1। तो यूनिट्स ऑफ लेबर किया वेरिएबल फैक्टर है, फैक्टर ऑफ प्रोडक्शन है। एंड यूनिट्स ऑफ कैपिटल किया अपना फिक्स्ड फैक्टर है। ਤੇ ਟੋਟਲ ਪ੍ਰੋਡਕਸ਼ਨ ਆਪਾਂ ਨੇ ਕੀ ਕਰਨੀ, ਪ੍ਰੋਡਿਊਸਰਸ ਨੇ ਇਨਕਰੀਜ਼ ਕਰਨੇ, ਉਹ ਕਦੋਂ ਤੱਕ ਕਰੇਗਾ, ਕਿੱਥੋਂ ਤੱਕ ਕਰੇਗਾ, ਤੇ ਰਿਟਰਨਸ ਉਹਦੇ ਨੈਗੇਟਿਵ ਕਦੋਂ ਆਉਣਗੇ, ਡਿਮਿਨਿਸ਼ਿੰਗ ਕਦੋਂ ਆਉਣਗੇ। ਇਸ ਦੇ ਵਿੱਚ ਡਿਮਿਨਿਸ਼ਿੰਗ ਦਿਖਾਏ ਹੋਏ ਨੇ। ਤਾਂ ਦੇਖੋ ਫਰਸਟਲੀ ਜਦੋਂ ਉਹ ਫਰਸਟ ਲੇਬਰ ਯੂਜ਼ ਕਰ ਰਹੇ ਆ ਆਪਾਂ, ਕੈਪੀਟਲ ਫਿਕਸ ਫੈਕਟਰ ਆਫ ਕੈਪੀਟਲ ਦੇ 1 ਲੈਂਡ ਤੇ 1 ਲੇਬਰ ਯੂਜ਼ ਕਰ ਰਿਹਾ, ਤਾਂ ਟੋਟਲ ਪ੍ਰੋਡਕਸ਼ਨ ਆਪਣੀ ਕਿੰਨੀ ਹੈ 5 ਹੈ, ਤੇ ਮਾਰਜਨਲ ਪ੍ਰੋਡਕਸ਼ਨ ਵੀ ਆਪਣੀ ਕਿੰਨੀ ਹੈ 5 ਹੀ ਹੈ। ਠੀਕ ਹੈ, ਤੇ ਐਮਪੀ 5 5। एंड जो मैं एक लेबर इंक्रीज की अपनी प्रोडक्शन इंक्रीज करने के लिए, मैं एक लेबर इंक्रीज की वेरिएबल फैक्टर्स के कितना लेबर को बढ़ा दिता, तो कैपिटल उन्नी ही है पहला जिन्नी ही है, तो मेरी प्रोडक्शन इंक्रीज हुई। प्रोडक्शन कितनी इंक्रीज हुई, क्योंकि लेबर की एफिशिएंसी इंक्रीज हुई है, वर्किंग पावर इंक्रीज हुई है। तो प्रोडक्शन 5 तो इंक्रीज होगी मेरी 8 होगी। तो एमपी मेरी मार्जिनल प्रोडक्शन कितनी है 8 माइनस 5। जो मैं पहला वाली प्रोडक्शन कर रही थी वो मेरी 5 आ, एक लेबर कर रही थी, जो मैं सैकेंड लेबर यूज की थी तो मेरी प्रोडक्शन कितनी है 8 आ। लेबर की एक इकाई ਵਧਾਉਣ ਦੇ ਨਾਲ टोटल प्रोडक्शन ਦੇ ਵਿੱਚ जो चेंज आया, ਜਦੋਂ ਆਪਾਂ ਉਹ ਦੱਸਾਂਗੇ, दिस इज द मार्जिनल प्रोडक्शन। मीन्स सैकेंड लेबर की मेरी कितनी प्रोडक्शन है 3 प्रोडक्शन है। सैकेंड लेबर की प्रोडक्शन माइनस फर्स्ट लेबर की प्रोडक्शन, जो सैकेंड की जो फर्स्ट वाली लेबर की माइनस करांगे तो एमपी मेरा निकल आएगा। तो एमपी मेरा 3 है। एंड उस तो बाद जो मैं थर्ड लेबर यूज की, एक लेबर मैं होर बढ़ा दी क्योंकि मेरी टीपी इंक्रीज हो रही है, तब मैं लेबर बढ़ा रही हूँ। टीपी मेरी इंक्रीज हो रही है, मैं थर्ड लेबर यूज की थी, फिक्स फैक्टर्स एक लैंड थे, तो मेरी टीपी इंक्रीज होगी, कितनी होगी 10 होगी, लेकिन डिक्रीजिंग रेट के नाल मेरी टीपी इंक्रीज हो रही है। तो मार्जिनल प्रोडक्शन मेरी कितनी है 10 माइनस 8 मीन्स 2। एमपी मेरी की हो रही है डिक्रीज हो रही है, मार्जिनल प्रोडक्शन मेरी डिक्रीज हो रही है। टीपी मेरी फोर्थ, जब मैं फोर्थ लेबर यूज की फिर भी इंक्रीज हो रही है, लेकिन डिक्रीजिंग रेट के नाल, घटती रेट के नाल की हो रही है इंक्रीज हो रही है। जब मैं फोर्थ लेबर यूज की मेरी टीपी 11 है, ठीक है, तो मेरी मार्जिनल प्रोडक्शन की है 1 है, 11 माइनस 10। सिर्फ फोर्थ लेबर ने की प्रोड्यूस किया, सिर्फ एक क्वांटिटी को प्रोड्यूस किया, मतलब मेरी एमपी घटती जा रही है जी लेबर की। जिमें जिमें मैं लेबर ਵਧਾਈ जा रहा है, मेरी ਉਹਦੀ लेबर की मार्जिनल प्रोडक्टिविटी ਜਿਹੜੀ ਉਹ ਘੱਟ ਹੁੰਦੀ ਜਾ ਰਹੀ है, लेकिन टोटल प्रोडक्शन है ਜਿਹੜੀ ਉਹ इंक्रीज हो रही है डिक्रीजिंग रेट ਦੇ ਨਾਲ। जब मैं फिफ्थ लेबर यूज की तो ਉਹਦੇ ਨਾਲ मेरी टीपी ਤੇ कोई भी इफेक्ट नहीं ਪਿਆ, मतलब मेरी टीपी पहला जिन्नी ही है, क्योंकि ਇੱਥੇ ਜਿਹੜੇ मेरे फिक्स रिसोर्सेज ने, जो मेरी लैंड है ਉਹਦੀ प्रॉपर यूटिलाइजेशन हो चुकी है। अगर वही लैंड ਤੇ मैं ज़्यादा होर लेबर लगाऊंगा तो मेरी प्रोडक्शन डिक्रीज ही होएगी, तो मेरी कॉस्ट इंक्रीज ही होएगी, क्योंकि मेरी फिफ्थ जी लेबर है वो मेरी मार्जिनल प्रोडक्टिविटी 0 आ, वो मैंने कुछ भी प्रोड्यूस करके नहीं दे रहा है। तब मैं जी अपनी फिफ्थ यूनिट है, फिफ्थ लेबर तक ही अपनी जी प्रोडक्शन है और अपनी लेबर है जी वेरिएबल फैक्टर उन्होंने इंक्रीज करूँगा। अगर मैं उस तो बाद 6 लेबर होर यूज की तब फिर की होया, मेरी मार्जिनल जी प्रोडक्टिविटी और नैगेटिव होगी, एंड मेरी टोटल प्रोडक्शन कितनी होगी 11 to 10 होगी, टीपी मेरी डिक्रीज होनी स्टार्ट होगी। ठीक है, 6 लेबर यूज करने पर इस तो सानू की पता लगता है कि जिमें जिमें असी लेबर की क्वांटिटी फिक्स फैक्टर के नाल वेरिएबल फैक्टर्स को इंक्रीज करते जा रहे हैं, लेबर को इंक्रीज करते जा रहे हैं। टीपी पहले मेरी डिक्रीजिंग रेट के नाल बढ़ेगी, एमपी मेरी उदो डिक्रीज होएगी जो मेरी टीपी मैक्सिमम होएगी, एमपी मेरी 0 होएगी। जो मेरी टीपी डिक्रीज होएगी तो मेरी एमपी की होएगी नैगेटिव होएगी, मतलब ये की है डिमिनिशिंग रिटर्नस। रिटर्नस मैंने की मिल रहे हैं, डिमिनिशिंग हो रहे हैं, घट रहे हैं, जिमें मैं लेबर का ज़्यादा यूज करता जा रहा। तो डिमिनिशिंग रिटर्नस टू देखो अपनी टीपी ते एमपी की डायग्राम है। टीपी अपन की दस रही है, फर्स्ट डायग्राम है जी टोटल प्रोडक्शन शो कर रही है, एंड बी दे विच एमपी की शो कर रही है, मार्जिनल प्रोडक्शन शो कर रही है। तो फर्स्ट डायग्राम के विच तुसीं देख सकते हो ओ एक्स अक्ष ते अपन यूनिट्स ऑफ वेरिएबल फैक्टर दिते हुए ने, वेरिएबल फैक्टर्स मींस लेबर। ओ एक्स अक्ष पे लेबर की क्वांटिटी दिखाई हुई है, क्योंकि लेबर इज अ वेरिएबल फैक्टर। रिटर्न टू अ फैक्टर शॉर्ट टर्म ਦੇ ਵਿੱਚ ਆਪਾਂ लेबर ਨੂੰ इंक्रीज करके अपनी प्रोडक्शन ਨੂੰ इंक्रीज कर सकते हैं फिक्स फैक्टर से नाल। ठीक है, फिक्स फैक्टर कांस्टेंट रहेंगे। एंड ओ एक्स सेकंड डायग्राम ਜਿਹੜੀ ਉਹਦੇ ਵਿੱਚ भी ओ एक्स अक्ष ਤੇ यूनिट्स ऑफ लेबर दिखाए हुए ने,
वेरिएबल फैक्टर एंड ओ वाई ते बी डायग्राम ਦੇ ਵਿੱਚ ਮਾਰਜਨਲ ਪ੍ਰੋਡਕਸ਼ਨ ਦਿਖਾਈ ਹੋਈ ਆ ਤੇ ਐਮਪੀ ਕੀ ਆ ਮਾਰਜਨਲ ਪ੍ਰੋਡਕਸ਼ਨ ਕਰਵ ਐਂਡ ਏ ਡਾਇਗਰਾਮਸ ਦੇ ਵਿੱਚ ਓ ਵਾਈ ਅਕਸ਼ ਤੇ ਟੋਟਲ ਪ੍ਰੋਡਕਸ਼ਨ ਦਿਖਾਈ ਹੋਈ ਆ ਐਂਡ ਟੀਪੀ ਹੈ ਆਪਣੀ ਟੋਟਲ ਪ੍ਰੋਡਕਸ਼ਨ ਕਰਵ। ਤਾਂ ਫਸਟ ਡਾਇਗਰਾਮ ਦੇ ਵਿੱਚ ਦੇਖੋ ਟੀਪੀ ਕੀ ਹੋ ਰਹੀ ਹੈ ਪਹਿਲਾਂ ਜਿਵੇਂ ਜਿਵੇਂ ਆਪਾਂ ਲੇਬਰ ਦੀ ਕੁਆਂਟੀਟੀ ਇਨਕਰੀਜ਼ ਕਰਦੇ ਜਾ ਰਹੇ ਹਾਂ ਟੀਪੀ ਆਪਣੀ ਕੀ ਹੋਈ ਜਾ ਰਹੀ ਹੈ ਇਨਕਰੀਜ਼ ਹੁੰਦੀ ਜਾ ਰਹੀ ਹੈ ਠੀਕ ਹੈ। ਤੇ ਉਸ ਤੋਂ ਬਾਅਦ ਟੀਪੀ ਪੀ ਪੁਆਇੰਟ ਤੇ ਕੀ ਹੋ ਜਾਂਦੀ ਹੈ ਫਸਟ ਡਾਇਗਰਾਮ ਦੇ ਵਿੱਚ ਮੈਕਸਿਮਮ ਹੋ ਜਾਂਦੀ ਹੈ ਟੀਪੀ ਮੈਕਸਿਮਮ ਕਿੱਥੇ ਸੀਗੀ टीपी मैक्सिमम ਉੱਥੇ ਸੀ ਜਿੱਥੇ ਆਪਾਂ 4th ਤੇ 5th ਲੇਬਰ ਯੂਜ਼ ਕਰ ਰਹੇ ਸੀ 5th ਲੇਬਰ ਤੇ ਟੀਪੀ ਕਿਸੇ ਮੈਕਸਿਮਮ ਸੀ ਤਾਂ टीपी मैक्सिमम होगी अगर उस तो बाद मैं 6th 7th लेबर यूज करूंगा पी तो बाद भी जो टीपी मैक्सिमम है उस तो बाद भी लेबर ज़्यादा यूज करूंगा तब मेरी टीपी की होनी स्टार्ट हो जाएगी डिक्रीज होनी स्टार्ट हो जाएगी क्योंकि मैं लोड तो ज़्यादा लेबर का यूज कर रही हूँ। ਤਾਂ ਪਹਿਲਾਂ ਲੇਬਰ ਵਧਣ ਦੇ ਨਾਲ ਮੇਰੀ ਟੀਪੀ ਡਿਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ ਉਸ ਤੋਂ ਬਾਅਦ ਮੇਰੀ ਮੈਕਸਿਮਮ ਹੋਗੀ 5th ਲੇਬਰ ਤੇ ਐਂਡ ਉਸ ਤੋਂ ਬਾਅਦ ਜਦ ਮੈਂ 6th 7th ਲੇਬਰ ਯੂਜ਼ ਕੀਤੀ ਤਦ ਮੇਰੀ ਟੀਪੀ ਕੀ ਹੋਣ ਲੱਗੀ ਡਿਕਰੀਜ਼ ਹੋਣ ਲੱਗੀ ਮੇਰੇ ਜਿਹੜੇ ਰਿਟਰਨਸ ਨੇ ਉਹ ਡਿਮਿਨਿਸ਼ਿੰਗ ਹੋਣ ਲੱਗੇ ਮਤਲਬ ਜੋ ਮੈਂ ਲੇਬਰ ਨੂੰ ਆਪਣੀ ਪੇਮੈਂਟਸ ਕਰ ਰਿਹਾ ਵੇਜਸ ਦੇ ਰਿਹਾ ਉਹਦੇ ਨਾਲੋਂ ਕੀ ਹੈ ਮੇਰੇ ਰਿਟਰਨਸ ਘੱਟ ਨੇ ਮੀਨਸ ਕਾਸਟ ਮੇਰੀ ਜ਼ਿਆਦਾ ਹੈ ਤੇ ਇਨਕਮ ਮੇਰੀ ਘੱਟ ਹੈ ਡਿਮਿਨਿਸ਼ਿੰਗ ਰਿਟਰਨਸ ਟੂ ਅ ਫੈਕਟਰ ਮਿਲਨੇ ਮੈਨੂੰ ਕੀ ਹੋ ਗਏ ਸਟਾਰਟ ਹੋ ਗਏ ਤੇ ਬੀ ਡਾਇਗਰਾਮਸ ਦੇ ਵਿੱਚ ਦੇਖੋ ਜਿਵੇਂ ਜਿਵੇਂ ਮੈਂ ਲੇਬਰ ਵਧਾਉਂਦਾ ਜਾ ਰਿਹਾ ਮੇਰੀ ਐਮਪੀ ਡਿਕਰੀਜ਼ ਹੁੰਦੀ ਜਾ ਰਹੀ ਹੈ ਇੱਧਰ ਦੇਖੋ ਐਮਪੀ 53210 ਕੀ ਹੋ ਰਹੀ ਹੈ ਫਸਟ ਸੈਕੰਡ ਥਰਡ ਫੋਰਥ ਜਦੋਂ ਮੈਂ 4 ਲੇਬਰ ਨੂੰ ਯੂਜ਼ ਕਰ ਰਿਹਾ ਤਦ ਮੇਰੀ ਐਮਪੀ ਕੀ ਆ ਫਾਲ ਹੋ ਰਹੀ ਹੈ ਐਮਪੀ ਕੀ ਆ ਲੈਫਟ ਟੂ ਰਾਈਟ ਕੀ ਆ डाउनवर्ड है एमपी लेफ्ट टू राउंड डाउनवर्ड है पहला घट रही है तो फिर उसके बाद की है नेगेटिव होनी स्टार्ट होगी तब 4th लेबर यूज करूंगा 1 लेबर 2 लेबर 3 लेबर 4 लेबर जो एक तो बाद एक लेबर यूज करूंगा तो मेरी एमपी डिक्रीज होएगी एंड उस तो बाद जो मैं 5th लेबर यूज करूंगा मेरी एमपी की होएगी 0 होएगी 5th लेबर पे अगर मैं उस तो बाद भी 6th 7th लेबर यूज करूंगा तो मेरी की होएगी एमपी नेगेटिव होनी स्टार्ट हो जाएगी मेरे लॉस होने लग जाएगा मेरे रिटर्न्स नेगेटिव ਦੇ ਵਿੱਚ ਜਾਣ ਲੱਗ ਜਾਣਗੇ ਤਦ ਇਹ ਕੀ ਆ ਡਿਮਿਨਿਸ਼ਿੰਗ ਰਿਟਰਨਸ ਟੂ ਆ ਫੈਕਟਰਸ ਜਦੋਂ ਲੋਡ ਤੋਂ ਜ਼ਿਆਦਾ ਲੇਬਰਸ ਨੂੰ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਨ ਦੇ ਨਾਲ ਜਿਹੜੇ ਮੇਰੇ ਰਿਟਰਨਸ ਨੇ ਇੱਕ ਸਮੇਂ ਤੋਂ ਬਾਅਦ ਕੀ ਹੋਣੇ ਸਟਾਰਟ ਹੋ ਜਾਂਦੇ ਨੇ ਘਟਨੇ ਸਟਾਰਟ ਹੋ ਜਾਂਦੇ ਤੇ ਉਸ ਤੋਂ ਬਾਅਦ ਇਨਕਰੀਜ਼ਿੰਗ ਕਾਸਟ ਜਦੋਂ ਰਿਟਰਨਸ ਕਰਦੇ ਨੇ ਤਾਂ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੀ ਕਾਸਟ ਹੈ ਉਹ ਕੀ ਹੋਣੀ ਸਟਾਰਟ ਹੋ ਜਾਂਦੀ ਆ ਵਧਣੀ ਸਟਾਰਟ ਹੋ ਜਾਂਦੀ ਹੈ ਜਿਵੇਂ ਕਿ ਯੂਨਿਟਸ ਆਫ ਲੇਬਰ ਐਂਡ ਕੈਪੀਟਲ 1 2 3 4 ਲੇਬਰ ਦੀ ਕੁਆਂਟੀਟੀ ਵੱਧ ਰਹੀ ਹੈ ਤੇ ਕੈਪੀਟਲ ਕਾਂਸਟੈਂਟ ਹੈ ਟੋਟਲ ਕਾਸਟ ਕਿੰਨੀ ਆ 40 80 20 ਐਂਡ 160 ਟੋਟਲ ਕਾਸਟ ਵੀ ਜਿਵੇਂ ਜਿਵੇਂ ਲੇਬਰ ਵੱਧ ਰਹੀ ਹੈ ਉਵੇਂ ਟੋਟਲ ਕਾਸਟ ਵੀ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ ਟੋਟਲ ਪ੍ਰੋਡਕਸ਼ਨ ਕਿੰਨੀ ਆ 5 18 10 11 ਪਰ ਐਵਰੇਜ ਕਾਸਟ ਕੱਢਣੀ ਹੈ ਮੈਂ ਐਵਰੇਜ ਕਾਸਟ ਦੇਖਾਂਗੇ ਕਿ ਹਰ ਇੱਕ ਪ੍ਰੋਡਕਟ ਦੀ ਕਾਸਟ ਕਿੰਨੀ ਹੈ ਹੁਣ ਦੇਖੋ ਹਰ ਇੱਕ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦੀ ਕਾਸਟ ਕੀ ਹੈ ਇਨਕਰੀਜ਼ ਹੋਈ ਜਾ ਰਹੀ ਹੈ टोटल कॉस्ट की है जो मैं 5 प्रोडक्ट्स प्रोड्यूस किए टोटल कॉस्ट कितनी है मेरी एक प्रोडक्ट की 8 है जो मैं सैकेंड लेबर यूज की तब कहते 8 प्रोडक्ट्स प्रोड्यूस किए टोटल कॉस्ट 80 है तो 80 डिवाइड बाय 8 10 उस तो बाद 120 डिवाइड बाय 10 12 160 डिवाइड बाय 11 14.5 जिमें जिमें मैं लेबर ਤੇ कैपिटल ਨੂੰ इंक्रीज करता जा रहा है मेरी टोटल प्रोडक्शन इंक्रीज हो रही है लेकिन घट हो रही है लेकिन जी टोटल कॉस्ट है वो ज़्यादा बढ़ रही है मतलब एवरेज कॉस्ट है जो मेरी AC है मेरी वो पर प्रोडक्ट की कॉस्ट है जी वो मेरी महंगी पै रही है 8 तो बाद 10 10 तो बाद 12 12 तो बाद 14.5 मीन्स की है इंक्रीजिंग कॉस्ट मेरी इंक्रीज हो रही है क्योंकि मेरे रिटर्न्स की हो रहे हैं डिमिनिशिंग हो रहे हैं ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਲਿਖੇ ਹੋਏ ਨੇ OY ਅਕਸ਼ ਤੇ ਐਵਰੇਜ ਕਾਸਟ ਲਿਖੀ ਹੋਈ ਹੈ IC ਕਰਵ ਮੈਨੂੰ ਕਾਸਟ ਦੱਸ ਰਹੀ ਹੈ ਜਦੋਂ ਮੈਂ ਇੱਕ ਯੂਨਿਟ ਪ੍ਰੋਡਿਊਸ ਕਰਦਾ ਸੀ ਉਹਦੀ ਕਾਸਟ ਕਿੰਨੀ ਸੀਗੀ ਇੱਕ ਲੇਬਰ ਯੂਜ਼ ਕਰਦਾ ਸੀਗਾ ਕਾਸਟ ਕਿੰਨੀ ਸੀ 8 ਜਦੋਂ ਮੈਂ 2 ਲੇਬਰ ਯੂਜ਼ ਕੀਤੀ तब कॉस्ट इंक्रीज होकर 10 होगी जो 3 लेबर यूज की कॉस्ट इंक्रीज होकर 12 होगी एंड जो मैं 4th लेबर यूज की कॉस्ट इंक्रीज होकर मेरी 14 होगी जिमें जिमें लेबर की क्वांटिटीज में ज़्यादा यूज करता जा रहा है मेरी एवरेज कॉस्ट है जी इंक्रीज होती जा रही है क्योंकि मेरे रिटर्न्स ने की ने वो डिमिनिशिंग ने जिन्नी लेबर यूज कर रहे हैं उन्नी प्रोडक्टिविटी नहीं है प्रोडक्टिविटी उस तो घट है इनपुट्स के नाल आउटपुट घट ने जिदे करके मेरी कॉस्ट बढ़ेगी तो रिटर्न्स मेरे डिमिनिशिंग होगी तो ये सीगा डिमिनिशिंग रिटर्न्स एंड इंक्रीजिंग कॉस्ट पहला जो है लॉ अपना रिटर्न टू अ फैक्टर का एंड उस तो बाद इंक्रीजिंग कॉस्ट
इंक्रीजिंग कॉस्ट वाला हो गया एंड उस तो बाद लॉ ऑफ इंक्रीजिंग रिटर्न्स। इंक्रीजिंग रिटर्न्स मतलब रिटर्न टू अ फैक्टर ਦੇ ਵਿੱਚ ਸ਼ਾਰਟ ਰਨ ਦੇ ਵਿੱਚ ਜਦੋਂ ਆਪਾਂ ਫਸਟ ਟਾਈਮ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਨਾ ਸਟਾਰਟ ਕਰਦੇ ਹਾਂ, ਆਪਣੇ ਜਿਹੜੇ ਫਿਕਸ ਫੈਕਟਰਸ ਨੇ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਹੁੰਦੀ, ਅੰਡਰ ਯੂਟਿਲਾਈਜੇਸ਼ਨ ਹੋ ਰਹੀ ਹੁੰਦੀ ਆ। ਮਤਲਬ ਉਹਨਾਂ ਦੀ ਜਿਹੜੀ ਵਰਕਿੰਗ ਕਪੈਸਿਟੀ ਆ, ਪ੍ਰੋਡਕਸ਼ਨ ਕਰਨ ਦੀ ਕਪੈਸਿਟੀ ਉਹ ਬਹੁਤ ਜ਼ਿਆਦਾ ਹੁੰਦੀ ਆ, ਲੇਕਿਨ ਆਪਾਂ ਉਹਨਾਂ ਤੋਂ ਇੰਨੀ ਪ੍ਰੋਡਕਸ਼ਨ ਨਹੀਂ ਲੈ ਪਾਉਂਦੇ। ਠੀਕ ਹੈ, ਤਾਂ ਫਸਟਲੀ ਜਦੋਂ ਆਪਾਂ ਫਿਕਸ ਫੈਕਟਰਸ ਤੇ ਵੇਰੀਏਬਲਸ ਫੈਕਟਰਸ ਨੂੰ ਇਨਕਰੀਜ਼ ਕਰਨ ਲੱਗਦੇ ਆ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ, ਤਾਂ ਉਹਨਾਂ ਦੇ ਜਿਹੜੇ ਰਿਟਰਨਸ ਵੀ ਉਹ ਪੋਜ਼ਿਟਿਵ ਹੋਣਗੇ, ਇਨਕਰੀਜ਼ ਹੋਣਗੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਲੈਂਡ 10 ਏਕੜ ਹੈ ਲੇਕਿਨ ਉਹਤੇ 5 ਪੀਪਲਸ ਦੀ ਲੇਬਰ ਦੀ ਲੋੜ ਹੈ, ਲੇਕਿਨ ਮੈਂ ਇੱਕ ਲੇਬਰ ਯੂਜ਼ ਕਰਦੀ ਹਾਂ। ਇਟਸ ਮੀਨਸ ਕਿ ਮੇਰੀ 10 ਏਕੜ ਲੈਂਡ ਦੀ ਜਿਹੜੀ यूजेस आ वो पूरी अच्छी तरह नहीं हो रहा। 10 एकड़ लैंड तो मैं बहुत ज़्यादा प्रोडक्शन कर रही है, जबकि एक लेबर है जी वो इतनी प्रोडक्शन नहीं कर पा रही। तब मैं जो सैकेंड थर्ड फोर्थ फिफ्थ, क्योंकि फिफ्थ लेबर चाहिए मैं फिफ्थ लेबर तक इंक्रीज करूँगा ਕੁਆਂਟੀਟੀ ਨੂੰ ਵੇਰੀਏਬਲ ਫੈਕਟਰਸ ਦੀ ਨੂੰ ਲੇਬਰ ਦੀ ਨੂੰ ਫਿਕਸ ਫੈਕਟਰ ਦੇ ਨਾਲ, ਤਦ ਮੇਰੇ ਜਿਹੜੇ ਰਿਟਰਨਸ ਨੇ ਉਹ ਪੋਜ਼ਿਟਿਵ ਹੀ ਹੋਣਗੇ। ਅਗਰ ਲੇਕਿਨ ਹੁਣ ਮੈਂ ਫਿਫਥ ਤੱਕ ਪ੍ਰੋਪਰ ਯੂਟਿਲਾਈਜੇਸ਼ਨ 10 ਏਕੜ ਲੈਂਡ ਦੀ ਕਰ ਲਈ, ਜਿੰਨੀ ਮੈਨੂੰ ਪ੍ਰੋਡਕਸ਼ਨ ਚਾਹੀਦੀ ਸੀ ਉਨੀ ਪੂਰੀ ਹੋ ਗਈ, ਲੈਂਡ ਦੀ ਪੂਰੀ ਫਰਟੀਲਿਟੀ ਹੈ ਜਿਹੜੀ ਉਹਨੂੰ ਮੈਂ ਯੂਜ਼ ਕਰ ਲਿਆ। ਠੀਕ ਹੈ, ਮੇਰੀ ਪ੍ਰੋਡਕਸ਼ਨ ਮੈਕਸਿਮਮ ਹੋ ਗਈ। ਲੇਕਿਨ ਅਗਰ ਮੈਂ ਉਸ ਤੋਂ ਬਾਅਦ ਵੀ ਉਹੀ ਲੈਂਡ ਤੇ, ਕਿਉਂਕਿ ਲੈਂਡ ਦੀ ਫਰਟੀਲਿਟੀ ਤਾਂ ਹੋਰ ਜ਼ਿਆਦਾ ਇੰਕਰੀਜ਼ ਨਹੀਂ ਹੋ ਸਕਦੀ, ਉਹੀ ਲੈਂਡ ਤੇ ਹੋਰ ਜ਼ਿਆਦਾ ਲੇਬਰ ਨੂੰ ਯੂਜ਼ ਕਰੂਗੀ, ਤਦ ਮੇਰੀ ਜਿਹੜੀ ਆਪਣੀ ਟੀਪੀ ਹੈ ਟੋਟਲ ਪ੍ਰੋਡਕਸ਼ਨ ਹੈ ਉਹ ਮੇਰੀ ਡਿਕਰੀਜ਼ ਹੀ ਹੋਏਗੀ ਤੇ ਮੇਰੀ ਕਾਸਟ ਇੰਕਰੀਜ਼ ਹੀ ਹੋਏਗੀ। ਲੇਕਿਨ ਮੈਂ ਉਦੋਂ ਤੱਕ ਜਦੋਂ ਫਰਸਟਲੀ ਆਪਣਾ ਜਦੋਂ ਤੱਕ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੁੰਦੀ ਉਦੋਂ ਤੱਕ ਜਦ ਮੈਂ ਵੇਰੀਏਬਲ ਫੈਕਟਰਸ ਲੇਬਰ ਨੂੰ ਇਨਕਰੀਜ਼ ਕਰ ਰਹੀ ਹਾਂ, ਤਾਂ ਜਿਹੜੇ ਮੇਰੇ ਰਿਟਰਨਸ ਨੇ ਉਹ ਕੀ ਹੋਣਗੇ, ਇਨਕਰੀਜ਼ਿੰਗ ਰਿਟਰਨਸ ਹੋਣਗੇ ਤੇ ਮੇਰੀ ਪਰ ਲੇਬਰ ਦੀ ਜਿਹੜੀ ਕਾਸਟ ਹੈ ਵੀ ਕੀ ਹੋਏਗੀ, ਡਿਕਰੀਜ਼ ਹੋਏਗੀ, ਕਿਉਂਕਿ ਇਨਪੁਟਸ ਦੇ ਨਾਲੋਂ ਆਊਟਪੁੱਟਸ ਕੀ ਹੋਏਗੀ, ਜ਼ਿਆਦਾ ਹੋਏਗੀ, ਲੇਬਰ ਦੀ ਐਫੀਸ਼ੀਐਂਸੀ ਜ਼ਿਆਦਾ ਹੋਏਗੀ, ਜਿਹਦੇ ਨਾਲ ਪ੍ਰੋਡਕਸ਼ਨ ਐਗਰੀਕਲਚਰ ਸੈਕਟਰ ਦੇ ਵਿੱਚ ਜ਼ਿਆਦਾ ਹੋਏਗੀ। ਤਾਂ ਫਸਟ ਦੇਖੋ ਇੰਕਰੀਜ਼ਿੰਗ ਰਿਟਰਨ ਟੂ ਆ ਫੈਕਟਰ ਕਿ ਜਦੋਂ ਮੈਂ ਇਨਪੁਟਸ ਲਗਾਉਣੀ ਆ ਤਾਂ ਜਿਹੜੇ ਰਿਟਰਨਸ ਨੇ ਇੱਕ ਫੈਕਟਰਸ ਇੱਕ ਲੇਬਰ ਵਧਾਉਣ ਦੇ ਨਾਲ ਰਿਟਰਨਸ ਮੈਨੂੰ ਕੀ ਮਿਲਦੇ ਨੇ, ਪੋਜ਼ਿਟਿਵ ਮਿਲਦੇ ਨੇ, ਰਿਟਰਨਸ ਇੰਕਰੀਜ਼ ਹੁੰਦੇ ਨੇ, ਆਊਟਪੁੱਟ ਇੰਕਰੀਜ਼ ਹੁੰਦੇ ਨੇ। ਤਾਂ ਦੇਖੋ यूनिट्स ऑफ लेबर तो यूनिट्स ऑफ कैपिटल टोटल प्रोडक्शन से मार्जिनल प्रोडक्शन दिखाई हुई है। सबसे पहले यूनिट्स ऑफ लेबर 1 2 3 4 5 यूनिट्स ऑफ लेबर में यूज कर रही हैं। ठीक है, 1 बाय 1 इंक्रीज कर रही हैं एंड यूनिट्स ऑफ कैपिटल किया फिक्स है, फिक्स फैक्टर है। तो टोटल प्रोडक्शन देखो जो यूनिट्स ऑफ लेबर 1 यूज कर रही है, कैपिटल मेरी एक एकड़ है, फिक्स्ड है, टोटल प्रोडक्शन मेरी 4 हो रही है तो मार्जिनल प्रोडक्शन भी मेरी कितनी है, 4 ही है। जो मैं सोचा कि मैं शॉर्ट रन ਦੇ ਵਿੱਚ ਕੀ ਹੈ ਇੱਕ ਫੈਕਟਰ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ, ਤਦ ਮੈਂ ਇੱਕ ਲੇਬਰ ਨੂੰ ਇਨਕਰੀਜ਼ ਕੀਤਾ। ਠੀਕ ਹੈ, ਵੇਰੀਏਬਲ ਫੈਕਟਰਸ ਦੇ ਵਿੱਚ ਇਨਕਰੀਜ਼ ਕੀਤਾ, ਇੱਕ ਲੇਬਰ ਹੋਰ ਲਗਾ ਦਿੱਤੀ, ਤਾਂ ਜਿਹਦੇ ਨਾਲ ਮੇਰੀ ਟੀਪੀ ਇਨਕਰੀਜ਼ ਹੋ ਕੇ 10 ਹੋ ਗਈ ਤੇ ਮੇਰੀ ਮਾਰਜਨਲ ਪ੍ਰੋਡਕਸ਼ਨ ਮੀਨਸ ਸੈਕੰਡ ਯੂਨਿਟ ਦੀ ਕਿੰਨੀ ਪ੍ਰੋਡਕਸ਼ਨ ਹੈ, ਸੈਕੰਡ ਲੇਬਰ ਦੀ 10 ਮਾਈਨਸ 4 ਮੀਨਸ 6, ਪਹਿਲਾਂ ਦੇ ਨਾਲੋਂ ਜ਼ਿਆਦਾ ਪ੍ਰੋਡਕਸ਼ਨ ਹੋਈ ਹੈ। ਪਹਿਲਾਂ ਇੱਕ ਲੇਬਰ 4 ਪ੍ਰੋਡਕਸ਼ਨ ਕਰਦੀ ਸੀ, ਹੁਣ ਜਦ ਮੈਂ 4 ਲੇਬਰ ਲਗਾ ਦਿੱਤੀ ਉਹਨੇ 6 ਪ੍ਰੋਡਕਸ਼ਨ ਕੀਤੀ, ਤਾਂ ਟੋਟਲ ਪ੍ਰੋਡਕਸ਼ਨ ਮੇਰੀ 10 ਹੋ ਗਈ ਤੇ ਮਾਰਜਨਲ ਪ੍ਰੋਡਕਸ਼ਨ ਸੈਕੰਡ ਲੇਬਰ ਦੀ ਕਿੰਨੀ ਆ, 6 ਹੈ। 6 ਸੈਕੰਡ ਲੇਬਰ ਨੇ ਮੈਨੂੰ ਪ੍ਰੋਡਿਊਸ ਕਰਕੇ ਦਿੱਤਾ। ਉਸ ਤੋਂ ਬਾਅਦ ਥਰਡ ਜਿਵੇਂ ਇੱਕ ਲੇਬਰ ਹੋਰ ਵਧਾਉਂਗੀ ਕਿਉਂਕਿ ਮੇਰੀ ਐਮਪੀ ਇਨਕਰੀਜ਼ ਹੋ ਰਹੀ ਹੈ, ਟੀਪੀ ਇਨਕਰੀਜ਼ ਹੋ ਰਹੀ ਹੈ, ਥਰਡ ਲੇਬਰ ਇੱਕ ਲੇਬਰ ਨੂੰ ਹੋਰ ਵਧਾਇਆ ਤਾਂ ਮੇਰੀ ਟੀਪੀ ਇਨਕਰੀਜ਼ ਹੋ ਕੇ 18 ਹੋ ਗਈ, 18 ਮਾਈਨਸ 10 ਜਿਹੜੀ ਐਮਪੀ ਮੇਰੀ ਉਹ 8 ਹੋ ਗਈ। ਸੈਕੰਡ ਪਰਸਨ ਸੈਕੰਡ ਲੇਬਰ ਦੇ ਨਾਲੋਂ ਵੀ ਥਰਡ ਲੇਬਰ ਨੇ ਜ਼ਿਆਦਾ ਪ੍ਰੋਡਕਸ਼ਨ ਕਰਕੇ ਦਿੱਤੀ, 8 ਪ੍ਰੋਡਕਸ਼ਨ ਕਰਕੇ ਦਿੱਤੀ। ਮਤਲਬ ਜਿੰਨੀ ਮੈਂ ਲੇਬਰ ਲਗਾ ਰਹੀ ਹਾਂ ਮੈਨੂੰ ਪ੍ਰੋਡਕਸ਼ਨ ਉਸ ਤੋਂ ਜ਼ਿਆਦਾ ਮਿਲ ਰਹੀ ਹੈ। एंड फोर्थ लेबर यूज करूंगी तो 28 प्रोडक्शन होएगी, 28 माइनस 18 इज इक्वल टू 10। मेरी फोर्थ लेबर की जी प्रोडक्शन और 10 होएगी एंड फिफ्थ लेबर लगाई तो मेरी 40 टोटल प्रोडक्शन इंक्रीज हो गया, टीपी ਦੇ ਵਿੱਚ 40 इंक्रीज 12 इंक्रीज होया, टोटल प्रोडक्शन मेरी 20 आ तो फिफ्थ लेबर ने मेरे 12 प्रोड्यूस करके दिता। जिमें जिमें मैं लेबर की क्वांटिटी ਨੂੰ इंक्रीज कर रही हाँ, लेबर के यूनिट्स ਨੂੰ इंक्रीज कर रही हाँ, उवें उवें जी मेरी टीपी आ इंक्रीजिंग रेट के नाल इंक्रीज हो रही है एंड जी मेरी मार्जिनल प्रोडक्शन आ वो भी की हो रही है, इंक्रीज हो रही है। जबकि डिमिनिशिंग्स के विच मेरी टीपी डिक्रीजिंग रेट के नाल इंक्रीज हो रही सी ते मेरी एमपी की हो रही सी, फॉल हो रही सी। लेकिन इंक्रीजिंग रिटर्न्स के विच की आ जिमें जिमें लेबर ਨੂੰ ਵੱਧ यूज कर रहे हैं मेरी एमपी की आ इंक्रीज हो रही है, मेरी टीपी भी इंक्रीजिंग रेट के नाल इंक्रीज हो रही है। दिस इज अ इंक्रीजिंग रिटर्न्स। ਜਦੋਂ मैं एक लेबर ਨੂੰ ज़्यादा तो ज़्यादा लगा रहे हैं, एक तो बाद एक लगा रहे तो मेरे रिटर्न्स पॉजिटिव ने की हो रहे हैं, इंक्रीज हो रहे हैं, मेरी आउटपुट पहले नालों ज़्यादा इंक्रीज हो रही है। दिस इज लॉ ऑफ इंक्रीजिंग रिटर्न टू आ फैक्टर्स। इंक्रीजिंग रिटर्न टू आ फैक्टर्स ਦੇ ਵਿੱਚ देखो ਜਿਹੜੀ अपनी फर्स्ट डायग्राम है वो टीपी टोटल प्रोडक्शन दिखाई हुई है,
ਤੇ नीचे ओ एक्स अक्ष ਤੇ यूनिट्स ऑफ वेरिएबल्स फैक्टर्स एंड ओ वाई ਤੇ फर्स्ट ए डायग्राम ਦੇ ਵਿੱਚ ਟੋਟਲ ਪ੍ਰੋਡਕਸ਼ਨ ਦਿਖਾਈ ਹੋਈ ਹੈ ਤੇ ਬੀ ਡਾਇਗਰਾਮ ਦੇ ਵਿੱਚ ਮਾਰਜਨਲ ਪ੍ਰੋਡਕਸ਼ਨ ਦਿਖਾਈ ਹੈ। ਤਾਂ ਫਰਸਟ ਡਾਇਗਰਾਮ ਦੇਖੋ ਜਿਹਦੇ ਵਿੱਚ ਕੀ ਹੈ ਟੀਪੀ ਕੀ ਹੈ ਟੋਟਲ ਪ੍ਰੋਡਕਸ਼ਨ ਹੈ ਜੋ ਸਾਨੂੰ ਕੀ ਦੱਸ ਰਹੀ ਹੈ ਕਿ ਜਿਵੇਂ ਜਿਵੇਂ ਮੈਂ ਯੂਨਿਟਸ ਆਫ ਜਿਹੜੀ ਲੇਬਰ ਹੈ वेरिएबल फैक्टर है उन्होंने इंक्रीज करता जा रहा है मेरी टोटल प्रोडक्शन भी की हो रही है इंक्रीज हो रही है लेकिन जितनी मैं लेबर की क्वांटिटी लेबर मैं एक यूनिट इंक्रीज कर रही तो लेकिन ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਪਹਿਲੀ ਲੇਬਰ ਇੰਕਰੀਜ਼ ਕਰਨ ਦੇ ਨਾਲ ਮੇਰੀ ਟੋਟਲ ਪ੍ਰੋਡਕਸ਼ਨ ਦੇ ਵਿੱਚ ਜਿੰਨਾ ਚੇਂਜ ਆਇਆ ਤਾਂ ਦੂਸਰੀ ਲੇਬਰ ਜੇ ਮੈਂ ਇੰਕਰੀਜ਼ ਕਰੂੰਗੀ ਤਾਂ ਉਸ ਦੇ ਨਾਲੋਂ ਵੀ ਜ਼ਿਆਦਾ ਇੰਕਰੀਜ਼ ਹੋ ਰਿਹਾ ਟੀਪੀ ਦੇ ਵਿੱਚ ਜਿੰਨੇ ਮੈਂ ਯੂਨਿਟਸ ਲੇਬਰ ਦੇ ਵਿੱਚ ਚੇਂਜ ਕਰ ਰਹੀ ਹਾਂ ਆਪਣੀ ਟੀਪੀ ਦੇ ਵਿੱਚ ਮੇਰਾ ਉਸ ਦੇ ਨਾਲੋਂ ਜ਼ਿਆਦਾ ਇੰਕਰੀਜ਼ ਹੋ ਰਿਹਾ ਇੰਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋ ਰਿਹਾ तो मेरी टीपी कर्व की है लेफ्ट टू राइट की है अपवर्ड है जो सानू ये शो कर रही है कि पॉजिटिव रिलेशनशिप है बिटवीन द लेबर एंड टीपी मींस टोटल प्रोडक्शन जिमें जिमें लेबर ਵਧਾਉਂਦਾ ਜਾ ਰਿਹਾ टीपी ਦੇ ਵਿੱਚ ਉਸ ਦੇ ਨਾਲੋਂ ਕੀ ਹੋ ਰਿਹਾ ਜ਼ਿਆਦਾ ਇੰਕਰੀਜ਼ ਹੋ ਰਿਹਾ ਤੇ ਮੇਰੀ एमपी ਕੀ ਆ ਉਹ ਵੀ ਇੰਕਰੀਜ਼ ਹੋ ਰਹੀ ਆ एमपी ਵੀ ਸੈਕੰਡ ਡਾਇਗਰਾਮਸ ਦੇ ਵਿੱਚ ਦੇਖੋ ਕੀ ਆ ਲੈਫਟ ਟੂ ਰਾਈਟ ਅਪਵਰਡ ਹੈ ਜੋ ਸਾਨੂੰ ਦੱਸ ਰਹੀ ਹੈ ਕਿ ਜਿਵੇਂ ਜਿਵੇਂ ਮੈਂ ਯੂਨਿਟਸ ਆਫ ਵੇਰੀਏਬਲ ਫੈਕਟਰ ਇੰਕਰੀਜ਼ ਕਰ ਰਿਹਾ ਉਵੇਂ ਉਵੇਂ ਹੀ ਮੇਰੀ ਜਿਹੜੇ ਰਿਟਰਨਸ ਨੇ ਉਹ ਵੀ ਮੇਰੇ पॉजिटिव हो रहे हैं उम्मीद में मेरी तेरी प्रोडक्शन वो भी क्यों हो रही है इंक्रीज हो रही है ਤਾਂ ਐਮਪੀ ਕੀ ਇੱਥੇ ਪੋਜ਼ਿਟਿਵ ਹੈ ਇੰਕਰੀਜ਼ਿੰਗ ਹੈ ਇੰਕਰੀਜ਼ ਹੋ ਰਿਹਾ ਐਮਪੀ ਦੇ ਵਿੱਚ ਵੀ ਜਿਵੇਂ ਜਿਵੇਂ ਮੈਂ ਲੇਬਰ ਦਾ ਜ਼ਿਆਦਾ ਯੂਜ਼ ਕਰ ਰਿਹਾ ਤਾਂ ਦਿਸ ਇਜ਼ ਅ ਇੰਕਰੀਜ਼ਿੰਗ ਰਿਟਰਨ ਟੂ ਅ ਫੈਕਟਰਸ ਜਦੋਂ ਜਿਹੜੇ ਮੇਰੇ ਰਿਟਰਨਸ ਨੇ ਉਹ ਇੰਕਰੀਜ਼ ਹੋਣਗੇ ਤਾਂ ਜਿਹੜੀ ਮੇਰੀ ਕਾਸਟ ਹੈ ਕੀ ਹੋਏਗੀ ਡਿਕਰੀਜ਼ ਹੋਏਗੀ ਕਾਸਟ ਤਾਂ ਕਰਕੇ ਡਿਕਰੀਜ਼ ਹੋਏਗੀ ਕਿਉਂਕਿ ਇਨਪੁਟਸ ਦੇ ਨਾਲੋਂ ਆਊਟਪੁੱਟ ਮੇਰੀ ਕੀ ਹੈ ਜ਼ਿਆਦਾ ਹੈ ਪਰ ਪ੍ਰੋਡਕਟ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਮੇਰੀ ਡਿਕਰੀਜ਼ ਹੋਏਗੀ ਤੇ ਡਿਮਿਨਿਸ਼ਿੰਗ ਕਾਸਟ ਦੇਖੋ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਜਿਵੇਂ ਜਿਵੇਂ ਮੈਂ ਲੇਬਰ ਤੇ ਕੈਪੀਟਲ ਦੀ ਕੁਆਂਟੀਟੀਜ਼ ਨੂੰ ਇਨਕਰੀਜ਼ ਕਰਦਾ ਜਾ ਰਿਹਾ ਤੇ ਮੇਰੀ ਐਵਰੇਜ ਕਾਸਟ ਕੀ ਹੁੰਦੀ ਜਾ ਰਹੀ ਹੈ ਡਿਕਰੀਜ਼ ਹੁੰਦੀ ਜਾ ਰਹੀ ਹੈ ਜਿਵੇਂ ਕਿ ਦੇਖੋ ਜਦ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਦੇ ਵਿੱਚ ਜਦੋਂ ਮੈਂ 1 ਲੇਬਰ ਯੂਜ਼ ਕਰਦਾ ਸੀ ਤਾਂ ਮੇਰੀ ਟੋਟਲ ਕਾਸਟ ਕਿੰਨੀ ਸੀਗੀ 40 ਸੀਗੀ ਐਂਡ ਜਿਹੜੀ ਮੇਰੀ ਟੋਟਲ ਪ੍ਰੋਡਕਸ਼ਨ ਕਿੰਨੀ ਹੋ ਰਹੀ ਸੀ ਡਜ਼ਨਸ ਦੇ ਵਿੱਚ 4 ਹੋ ਰਹੀ ਸੀ ਐਵਰੇਜ ਕਾਸਟ ਇੱਕ ਪ੍ਰੋਡਕਟ ਦੀ ਪ੍ਰੋਡਕਸ਼ਨ ਤੇ ਕਿੰਨੀ ਆ ਰਹੀ ਸੀ 10 ਆ ਰਹੀ ਸੀ ਐਂਡ ਉਸ ਤੋਂ ਬਾਅਦ ਜਦੋਂ ਮੈਂ 12 ਲੇਬਰ ਇੱਕ 4 ਲੇਬਰ ਵਧਾਈ ਐਫੀਸ਼ੀਐਂਸੀ ਇੰਕਰੀਜ਼ ਹੋਈ ਤਾਂ ਉਹਦੇ ਨਾਲ ਟੋਟਲ ਕਾਸਟ ਜਿਹੜੀ ਮੇਰੀ 80 ਹੋ ਗਈ ਟੋਟਲ ਪ੍ਰੋਡਕਸ਼ਨ ਮੇਰੀ 10 ਹੋਣ ਲੱਗ ਗਈ ਤੇ ਐਵਰੇਜ ਕਾਸਟ ਹਰ ਇੱਕ ਪ੍ਰੋਡਕਟ ਦੀ ਕਾਸਟ ਕਿੰਨੀ ਹਰ ਇੱਕ ਪ੍ਰੋਡਕਟ ਨੂੰ ਬਣਾਉਣ ਤੇ ਕਿਉਂਕਿ ਜਿਹੜੀ ਸੈਕੰਡ ਆਪਣੀ ਲੇਬਰ ਦੀ ਐਫੀਸ਼ੀਐਂਸੀ ਸਪੈਸ਼ਲਾਈਜੇਸ਼ਨ ਇੰਕਰੀਜ਼ ਹੋ ਗਈ ਸਪੈਸ਼ਲਾਈਜੇਸ਼ਨ ਦੇ ਵਿੱਚ ਇੰਕਰੀਜ਼ ਹੈ ਡਿਵੀਜ਼ਨ ਆਫ ਲੇਬਰ ਹੋ ਗਈ ठीक है तो एफिशिएंसी इंक्रीज होगी जिसके करके मेरी एसी कितनी होगी कट के 10 to 8 होगी एंड थर्ड 4 लेवल इंक्रीज किया टोटल कॉस्ट मेरी 120 एंड टोटल प्रोडक्शन मेरी 18 हुई ਤੇ ਪਰ ਪ੍ਰੋਡਕਸ਼ਨ ਦੀ ਜਿਹੜੀ ਪਰ ਯੂਨਿਟ ਦੀ ਪ੍ਰੋਡਕਸ਼ਨ ਹੈ ਪਰ ਪ੍ਰੋਡਕਟ ਦੀ ਪ੍ਰੋਡਕਸ਼ਨ ਉਹ ਮੇਰੀ ਘੱਟ ਕੇ ਕਿੰਨੀ ਹੋਗੀ 6.7 ਹੋਗੀ ਐਂਡ ਫੋਰਥ ਲੇਬਰ ਯੂਜ਼ ਕੀਤੀ ਤਾਂ ਮੇਰੀ AC 4 ਘਟ ਗਈ 6 ਤੋਂ 5.7 70 एंड उस बाद फिफ्थ लेबर यूज की थी तब मेरी टोटल प्रोडक्शन की हो 40 हुई ते टोटल कॉस्ट 200 हुई एंड एवरेज कॉस्ट पर प्रोडक्ट की प्रोडक्शन ते कितना खर्चा आया 5 ठीक है तब देख सकते हैं कि जिमें जिमें मैं लेबर की क्वांटिटीज इंक्रीज करता जा रहा है मेरे रिटर्न्स इंक्रीज हो रहे हैं तो मेरी कॉस्ट की हो रही है पर प्रोडक्ट की कॉस्ट डिक्रीज हो रही है 10 8 6.70 5.70 एंड 5 तब मेरी एवरेज कॉस्ट की जो स्लोप की बनेगी डाउनवर्ड बनेगी लेफ्ट टू राइट डाउनवर्ड बनेगी दिस इज अ डिमिनिशिंग कॉस्ट ਜਿਹਦੇ ਵਿੱਚ ਇੱਕ ਪਾਸੇ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਲਿਖਤਾ ਹੈ ਦੂਸਰੀ ਸਾਈਡ ਐਵਰੇਜ ਕਾਸਟ ਲਿਖਤਾ ਹੈ ਇਹ ਸਾਨੂੰ ਦੱਸ ਰਹੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਕਾਸਟ ਐਂਡ ਯੂਨਿਟਸ ਆਫ ਲੇਬਰ ਜਿਵੇਂ ਜਿਵੇਂ ਮੈਂ ਯੂਨਿਟਸ ਆਫ ਲੇਬਰ ਵਧਾਉਂਦਾ ਜਾ ਰਿਹਾ ਤਾਂ ਮੇਰੀ ਜਿਹੜੀ ਕਾਸਟ ਹੈ ਕਿ ਹੁੰਦੀ ਜਾ ਰਹੀ ਹੈ ਡਿਮਿਨਿਸ਼ਿੰਗ ਹੁੰਦੀ ਜਾ ਰਹੀ ਹੈ ਇਹ ਨੈਗੇਟਿਵ ਸਲੋਪ ਕਰਵ ਹੈ ਜੋ ਨੈਗੇਟਿਵ ਰਿਲੇਸ਼ਨਸ਼ਿਪ ਦੱਸ ਰਹੀ ਹੈ ਬਿਟਵੀਨ ਦਾ ਲੇਬਰ ਐਂਡ ਕਾਸਟ ठीक है जिमें जिमें कॉस्ट लेबर इंक्रीज कॉस्ट डिमिनिशिंग होती है तब ये लेफ्ट राइट डाउनवर्ड है डिमिनिशिंग कॉस्ट वाली इसी का अपना सेकंड लॉ रिटर्न टू अ फैक्टर एंड लॉ ऑफ कांस्टेंट रिटर्न्स लॉ ऑफ कांस्टेंट रिटर्न्स उत्थे होंदा जिथे अपनी टीपी मैक्सिमम हो जाती है टीपी मैक्सिमम हो जाती है मतलब जिमें जिमें पहला आप लेबर दियां ज़्यादा इकाइयां यूज़ करना स्टार्ट करते हैं पहला तो मेरी टीपी इंक्रीज होएगी मेरी एमपी भी इंक्रीज होएगी लेकिन एक लैवल तो बाद आके जिथे प्रॉपर यूटिलाइजेशन ऑफ फिक्स रिसोर्सिस हो जाएगा उत्थे मेरी टीपी की हो जाएगी मैक्सिमम हो जाएगी टीपी मेरी मैक्सिमम हो जाएगी तो मेरी एमपी की हो जाएगी 0 हो जाएगी मतलब जो मैं लैंड ते लेबर लगाई है उसकी प्रोडक्टिविटी 0 हो जाएगी तब दिस इज अ कांस्टेंट रिटर्न टू अ
फैक्टर्स जिमें कि देखो यूनिट्स ऑफ लेबर दिखाई हुई है, यूनिट्स ऑफ कैपिटल, टोटल प्रोडक्शन ते मार्जिनल प्रोडक्शन, कांस्टेंट रिटर्न टू अ फैक्टर। ठीक है, जिन्नी लेबर उन्नी प्रोडक्शन। ਤੇ ਇਹਦੇ ਵਿੱਚ ਦੇਖੋ ਯੂਨਿਟਸ ਆਫ ਲੇਬਰ 1 ਹੈ ਤੇ ਟੋਟਲ ਪ੍ਰੋਡਕਸ਼ਨ 5, ਮਾਰਜਨਲ ਪ੍ਰੋਡਕਸ਼ਨ ਵੀ 5 ਹੈ। ਜਦੋਂ ਮੈਂ ਇੱਕ ਲੇਬਰ ਨੂੰ ਇੰਕਰੀਜ਼ ਕੀਤਾ 2 ਤਾਂ ਮੇਰੀ ਟੋਟਲ ਪ੍ਰੋਡਕਸ਼ਨ 10 ਹੋ ਗਈ ਤੇ ਮਾਰਜਨਲ ਪ੍ਰੋਡਕਸ਼ਨ 5। ਜਦੋਂ ਮੈਂ 3 ਲੇਬਰ ਲਗਾਈ ਤਾਂ ਉਹਦੀ ਟੋਟਲ ਪ੍ਰੋਡਕਸ਼ਨ 15 ਐਂਡ ਮਾਰਜਨਲ ਪ੍ਰੋਡਕਸ਼ਨ 5। ਤਾਂ ਮਤਲਬ 5 ਦੀ ਰੇਸ਼ੋ ਦੇ ਨਾਲ ਟੋਟਲ ਪ੍ਰੋਡਕਸ਼ਨ ਇਨਕਰੀਜ਼ ਹੋ ਰਹੀ ਹੈ ਤੇ ਮਾਰਜਨਲ ਪ੍ਰੋਡਕਸ਼ਨ ਵੀ 5 ਹੀ ਹੈ। मतलब हर एक जो मैं लेबर की क्वांटिटी में इंक्रीज करता मेरी सेम ही कांस्टेंट ही रिटर्न्स मिल रहे हैं, जिन्ने मैं इनपुट्स लगा रहे हैं उन्ने ही सेम मेरे रिटर्न्स मिल रहे हैं। रिटर्न्स ना तो डिमिनिशिंग हो रहे हैं ना ही की हो रहे हैं इंक्रीज हो रहे हैं। रिटर्न्स कांस्टेंट ने जिन्ने मैंने पहले लेबर के नाल मिलते सी रिटर्न्स उन्ने ही मैंने फिफ्थ लेबर के यूज नाल मिल रहे। पर जितों तक चाहिए मैं लेबर नूं इत्थे नो लॉस नो गेन वाली अपनी है पोजीशन है। ठीक है, इतने कांस्टेंट रिटर्न टू आ फैक्टर्स हर एक ਜਿਹੜੇ यूनिट ਨੂੰ इंक्रीज करते जो लेबर ਨੂੰ ਉਹਦੇ ਰਿਟਰਨਸ ਦੇ ਜਿਹੜੇ ਕਾਂਸਟੈਂਟ ਹੋਣਗੇ ਤੇ ਜਿਹੜੀ ਆਪਣੀ ਕਾਸਟ ਹੈ ਕਿ ਉਹ ਵੀ ਕੀ ਹੋਏਗੀ ਕਾਂਸਟੈਂਟ ਹੀ ਹੋਏਗੀ ਤੇ ਐਵਰੇਜ ਕਾਸਟ ਵੀ ਕਾਂਸਟੈਂਟ ਹੀ ਹੋਏਗੀ ਤੇ ਐਮਪੀ ਮਾਰਜਨਲ ਜਿਹੜੀ ਪ੍ਰੋਡਕਸ਼ਨ ਉਹਦੀ ਕੀ ਹੋਏ ਕਾਂਸਟੈਂਟ ਹੀ ਹੋਏਗੀ। ਤੇ ਤੁਸੀਂ ਦੇਖ ਸਕਦੇ ਹੋ ਯੂਨਿਟਸ ਆਫ ਲੇਬਰ ਐਂਡ ਕੈਪੀਟਲ 1 2 3 4 5 ਜੋ ਮੈਂ ਇੰਕਰੀਜ਼ ਕਰਦਾ ਜਾ ਰਿਹਾ। ਟੋਟਲ ਕਾਸਟ 25 50 75 100 125 ਤਾਂ ਟੋਟਲ ਜਿਹੜੀ ਪ੍ਰੋਡਕਸ਼ਨ ਹੈ ਉਹ 5 10 15 20 15 प्रोड्यूस हो रही है। तो एवरेज कॉस्ट जब मैं फर्स्ट लेबर यूज कर रहा है 25 डिवाइड बाय 5 इक्वल टू 5। जब मैं एक लेबर और इंक्रीज की थी तब 50 डिवाइड बाय 10 मींस 5 तब भी मेरी एवरेज कॉस्ट 5 ही है। और जब मैं थर्ड लेबर यूज की थी तब मैं टोटल कॉस्ट मेरी 75 है। टोटल प्रोडक्शन में 15 गुड्स प्रोड्यूस कर रहे हैं तो हर एक गुड की 75 डिवाइड बाय 15 5 ही कॉस्ट है। हर एक जो प्रोडक्ट है जिन्होंने मैं प्रोड्यूस कर रहे हैं जिन्होंने लेबर बढ़ा के प्रोडक्शन हो रही है जिसकी उसकी कॉस्ट की है सेम है 5 ही है। तब मैं कह सकते कि एवरेज कॉस्ट की है कांस्टेंट है क्योंकि रिटर्न्स की ने कांस्टेंट। दिस इज अ लॉ ऑफ कांस्टेंट कॉस्ट एंड कांस्टेंट रिटर्न्स। दिस इज द कांस्टेंट कॉस्ट जीसीसी। जो मैं फर्स्ट लेबर यूज की थी उदो भी कॉस्ट 5 सेकंड उदो भी 5 थर्ड उदो भी फोर्थ उदो भी ते फिफ्थ लेबर इंक्रीज की थी तो उदो भी कॉस्ट कितनी है सेम ही है 5 है। ਜਿਹੜਾ अपना एक्स एक्सिस है ਉਹਦੇ कॉस्ट की है पैरेलल है। ਇਸ ਤੋਂ ਬਾਅਦ ਇਹ ਤਾਂ ਸੀਗਾ ਰਿਟਰਨ ਟੂ ਆ ਫੈਕਟਰ ਕਿ ਸ਼ਾਰਟ ਰਨ ਦੇ ਵਿੱਚ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਰਿਟਰਨ ਟੂ ਆ ਸਕੇਲ। ਜਦੋਂ ਕਹਿੰਦੇ ਇੱਕ ਫਰਮ ਦੇ ਦੁਆਰਾ ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਕੀ ਹੁੰਦੇ ਨੇ ਪਰਿਵਰਤਨਸ਼ੀਲ ਹੁੰਦੇ ਨੇ। ਜਦੋਂ ਸਾਰੇ ਜਿਹੜੇ ਉਤਪਾਦਨ ਦੇ ਸਾਧਨਾਂ ਦੇ ਵਿੱਚ ਆਪਾਂ ਪਰਿਵਰਤਨ ਕਰ ਸਕਦੇ ਹਾਂ ਕੋਈ ਵੀ ਫਿਕਸ ਫੈਕਟਰ ਨਹੀਂ ਹੁੰਦਾ ਉਦੋਂ ਆਪਾਂ ਕੀ ਬੋਲਦੇ ਹਾਂ ਪੈਮਾਨੇ ਦੇ ਪ੍ਰਤੀਫਲ ਦੇ ਨਿਯਮ ਰਿਟਰਨ ਟੂ ਆ ਸਕੇਲ ਬੋਲਦੇ ਹਾਂ। ਜਦੋਂ ਸਾਰੇ ਸਾਧਨਾਂ ਨੂੰ ਚੇਂਜ ਕਰਕੇ लैंड के साइज में भी इंक्रीज कर सकते हैं लैंड कैपिटल एंटरप्रेन्योर्स ठीक है लेबर सब ਨੂੰ इंक्रीज करके आप अपनी प्रोडक्शन ਨੂੰ इंक्रीज करांगे। ਜਦੋਂ लॉन्ग रन ਦੇ ਵਿੱਚ ਜਿਹੜੇ ਸਾਰੇ ਸਾਧਨ ਨੇ ਫੈਕਟਰ ਪ੍ਰੋਡਕਸ਼ਨ ਦੇ ਪਰਿਵਰਤਨਸ਼ੀਲ ਹੋਣ ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਪੈਮਾਨੇ ਦੇ ਪ੍ਰਤੀਫਲ ਦੇ ਨਿਯਮ। ਪੈਮਾਨੇ ਦੇ ਪ੍ਰਤੀਫਲ ਦਾ ਸੰਬੰਧ ਸਾਰੇ ਸਾਧਨਾਂ ਵਿੱਚ ਹੋਣ ਵਾਲੇ ਪਰਿਵਰਤਨ ਦੇ ਫਲਸਰੂਪ ਕੁੱਲ ਉਤਪਾਦਨ ਵਿੱਚ ਹੋਣ ਵਾਲੇ ਪਰਿਵਰਤਨਾਂ ਤੋਂ ਹੈ। ਇੱਕ ਦੀਰਘਕਾਲਿਕ ਧਾਰਨਾ ਹੈ। ਕਹਿੰਦੇ ਦੀਰਘਕਾਲ ਦੇ ਵਿੱਚ ਜਦੋਂ ਆਪਾਂ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਜਿਹੜੇ ਪ੍ਰੋਡਕਸ਼ਨ ਦੇ ਸਾਰੇ ਫੈਕਟਰਸ ਨੇ ਉਹਨਾਂ ਨੂੰ ਇਨਕਰੀਜ਼ ਕਰਾਂਗੇ ਤਾਂ ਉਹਦੇ ਵਿੱਚ ਇਨਕਰੀਜ਼ ਕਰਨ ਦੇ ਨਾਲ ਜੋ ਆਪਣਾ ਉਤਪਾਦਨ ਦੇ ਵਿੱਚ ਇਨਕਰੀਜ਼ ਹੋਏਗਾ ਉਹਨੂੰ ਆਪਾਂ ਕੀ ਬੋਲਦੇ ਹਾਂ ਪੈਮਾਨੇ ਦੇ ਪ੍ਰਤੀਫਲ ਦਾ ਨਿਯਮ ਬੋਲਦੇ ਹਾਂ ਰਿਟਰਨ ਟੂ ਆ ਫੈਕਟਰ ਬੋਲਦੇ ਹਾਂ ਕਿ ਸਾਰੇ ਸਾਧਨਾਂ ਦੇ ਵਿੱਚ ਪਰਿਵਰਤਨ ਕਰਨ ਦੇ ਨਾਲ ਸਾਨੂੰ ਕੀ ਰਿਟਰਨਸ ਮਿਲਦੇ ਨੇ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਉਤਪਾਦਨ ਹੈ ਉਸ ਦੇ ਵਿੱਚ ਕੀ ਹੋਏਗਾ ਪਰਿਵਰਤਨ ਹੋਏਗਾ। ਇਹਦੇ ਵਿੱਚ ਆਪਾਂ ਸਾਰੇ ਸਾਧਨਾਂ ਨੂੰ ਇਨਕਰੀਜ਼ ਕਰ ਸਕਦੇ ਹਾਂ ਆਪਣੀ ਫਰਮ ਦੇ ਸਾਈਜ਼ ਨੂੰ ਇਨਕਰੀਜ਼ ਕਰ ਸਕਦੇ ਹਾਂ ਬਿਲਡਿੰਗ ਇਨਕਰੀਜ਼ ਕਰ ਸਕਦੇ ਹਾਂ ਨਿਊ ਮਸ਼ੀਨਸ ਲੈ ਸਕਦੇ ਹਾਂ ਠੀਕ ਹੈ ਨਿਊ ਟੈਕਨੀਕਸ ਫੋਲੋ ਕਰ ਸਕਦੇ ਹਾਂ ठीक है। इन्हों के द्वारा इन्हों सब के परिवर्तन करके सारे जोड़े फैक्टर्स ने कि परिवर्तनशील ने ठीक है सब चेंज कर सकते हैं आप जिम्मी आपू प्रोडक्शन चाहिए उसके अकॉर्डिंग। पैमाने के प्रतिफल के नियम के रिटर्न टू आ स्केल रिटर्न टू आ स्केल के 3 टाइप्स ऑफ रिटर्नस आते हैं। एक तो इंक्रीजिंग रिटर्नस आते हैं एक कॉन्सटेंट रिटर्नस आते हैं एक डिक्रीजिंग रिटर्नस आते हैं। इंक्रीजिंग रिटर्नस कदों होंगे जो कहते आप लॉन्ग रन के प्रोडक्शन इंक्रीज करने के लिए उत्पादन के सारे साधनों के परिवर्तन करते हैं या 2 साधनों के परिवर्तन करते हैं तो वो जो अपने
ਜਿਹੜੇ ਰਿਟਰਨਸ ਨੇ ਟੀਪੀ ਇਨਕਰੀਜ਼ ਹੋਏਗੀ ਤਾਂ ਉਹਨੂੰ ਬੋਲਦੇ ਆਪਾਂ ਇਨਕਰੀਜ਼ਿੰਗ ਰਿਟਰਨਸ, ਮਤਲਬ ਜਿੰਨੇ ਇਨਪੁਟਸ ਦੇ ਵਿੱਚ ਇਨਕਰੀਜ਼ ਕਰਾਂਗੇ ਆਊਟਪੁੱਟਸ ਦੇ ਵਿੱਚ ਉਸ ਦੇ ਨਾਲੋਂ ਜ਼ਿਆਦਾ ਇਨਕਰੀਜ਼ ਹੋਇਆ। ਦਿਸ ਇਜ਼ ਅ ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ। ਤੇ ਉਸ ਤੋਂ ਬਾਅਦ ਕੌਨਸਟੈਂਟ ਰਿਟਰਨ ਟੂ ਅ ਸਕੇਲਸ, ਕਹਿੰਦੇ ਜਦੋਂ ਆਪਣੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਦੇ ਵਿੱਚ ਇਨਕਰੀਜ਼ ਕਰਨ ਦੇ ਨਾਲ ਆਪਣੀ ਜਿਹੜੀ ਰਿਟਰਨਸ ਨੇ ਉਹਨਾਂ ਦੇ ਵਿੱਚ ਕੋਈ ਚੇਂਜ ਨਾ ਆਵੇ, ਰਿਟਰਨਸ ਉਹਨੇ ਹੀ ਰਹਿਣ ਜਿੰਨੀ ਆਪਣੀ ਕਾਸਟ ਹੈ, ਤਾਂ ਉਹਨੂੰ ਆਪਾਂ ਕੀ ਬੋਲਦੇ ਆ ਕੌਨਸਟੈਂਟ ਰਿਟਰਨਸ ਟੂ ਆ ਫੈਕਟਰਸ। ਮੀਨਸ ਇਨਪੁਟਸ ਜਿੰਨੇ ਨੇ ਆਊਟਪੁੱਟ ਆਪਣੀ ਉਨੀ ਹੀ ਹੋਵੇ, ਜਿੰਨੀ ਕਾਸਟ ਹੈ ਪ੍ਰੋਡਕਸ਼ਨ ਆਪਣੀ ਉਨੀ ਹੀ ਹੋਵੇ। ਦਿਸ ਇਜ਼ ਅ ਕੌਨਸਟੈਂਟ ਰਿਟਰਨ ਟੂ ਆ ਸਕੇਲ। ਤੇ ਉਸ ਤੋਂ ਬਾਅਦ ਡਿਕਰੀਜ਼ਿੰਗ ਰਿਟਰਨ ਟੂ ਆ ਫੈਕਟਰ ਬੋਲਦੇ ਆ ਕਿ ਜਦੋਂ ਇਨਪੁਟਸ ਦੇ ਵਿੱਚ ਜਿੰਨਾ ਆਪਾਂ ਚੇਂਜ ਕਰਦੇ ਆ ਉਹਦੇ ਨਾਲੋਂ ਆਪਣੀ ਜਿਹੜੀ ਰਿਟਰਨਸ ਨੇ ਉਹਨਾਂ ਦੇ ਵਿੱਚ ਚੇਂਜ ਘੱਟ ਹੁੰਦਾ ਹੈ। ਇਨਪੁਟਸ ਆਪਾਂ ਨੇ ਜ਼ਿਆਦਾ ਇਨਕਰੀਜ਼ ਕੀਤੇ, ਲੈਂਡ ਲੇਬਰ ਕੈਪੀਟਲ ਆਪਾਂ ਨੇ ਜ਼ਿਆਦਾ ਇਨਕਰੀਜ਼ ਕੀਤੀ, ਲੇਕਿਨ ਜਿਹੜੀ ਪ੍ਰੋਡਕਸ਼ਨ ਆਪਣੀ ਉਸ ਦੇ ਨਾਲੋਂ ਘੱਟ ਹੋਈ ਹੈ, ਰਿਟਰਨਸ ਆਪਾਂ ਨੂੰ ਘੱਟ ਮਿਲੇ ਨੇ। ਠੀਕ ਹੈ, ਦਿਸ ਇਜ਼ ਅ ਡਿਕਰੀਜ਼ਿੰਗ ਰਿਟਰਨ ਟੂ ਅ ਸਕੇਲਸ। ਠੀਕ ਹੈ, ਤਾਂ ਤੁਸੀਂ ਇਸ ਟੇਬਲ ਦੇ ਵਿੱਚ ਸਭ ਤੋਂ ਪਹਿਲਾਂ ਸਮਝ ਸਕਦੇ ਹੋ ਇਹਨਾਂ ਦੇ ਵਿੱਚ ਆਪਾਂ ਰਿਟਰਨ ਟੂ ਅ ਸਕੇਲ ਦੇ ਵਿੱਚ ਪਰਿਵਰਤਨਸ਼ੀਲ ਸਾਧਨਾਂ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਦੋ ਪਰਿਵਰਤਨਸ਼ੀਲ ਸਾਧਨਾਂ ਨੇ, ਦੋਨਾਂ ਦੇ ਵਿੱਚ ਚੇਂਜ ਦਿਖਾਇਆ ਹੋਇਆ ਹੈ। ਇੱਕ ਹੈਗਾ ਫਿਕਸ ਫੈਕਟਰ, ਇੱਕ ਹੈਗਾ ਆਪਣਾ ਵੇਰੀਏਬਲ ਫੈਕਟਰ। ਯੂਨਿਟਸ ਆਫ ਲੇਬਰ ਦਿਖਾਈ ਹੋਈ ਹੈ, ਲੇਬਰ ਇਜ਼ ਅ ਵੇਰੀਏਬਲਸ, ਤੇ ਜਿਹੜਾ ਕੈਪੀਟਲ ਹੈ ਉਹ ਇੱਥੇ ਫਿਕਸ ਨਹੀਂ ਹੈ, ਇੱਥੇ ਕੈਪੀਟਲ ਲੌਂਗ ਟਰਮ ਦੇ ਵਿੱਚ ਕੀ ਹੈ ਵੇਰੀਏਬਲ ਹੈ। ਰਿਟਰਨ ਟੂ ਅ ਸਕੇਲ ਦੇ ਵਿੱਚ ਪੈਮਾਨੇ ਦੀ ਪ੍ਰਤੀਫਲ ਦੇ ਵਿੱਚ ਇੱਥੇ ਜਿਹੜੇ ਆਪਾਂ ਸਾਰੇ ਸਾਧਨਾਂ ਨੂੰ ਪਰਿਵਰਤਨ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ ਬਹੁਤ ਟਾਈਮ ਹੈ, ਲੌਂਗ ਰਨ ਹੈ, ਲੰਬੇ ਸਮੇਂ ਦਾ ਟਾਈਮ ਹੈ, ਉਹਦੇ ਵਿੱਚ ਆਪਾਂ ਬਿਲਡਿੰਗ ਦੇ ਸਾਈਜ਼ ਨੂੰ ਵੀ ਇਨਕਰੀਜ਼ ਕਰ ਸਕਦੇ ਹਾਂ, ਨਵੀਆਂ ਮਸ਼ੀਨਾਂ ਵੀ ਲੈ ਸਕਦੇ ਹਾਂ। ਤਾਂ ਕਹਿੰਦੇ ਇੱਥੇ ਕੀ ਆ ਦੋ ਸਾਧਨਾਂ ਦੇ ਵਿੱਚ ਪਰਿਵਰਤਨ ਕਰਕੇ ਆਪਾਂ ਆਪਣੇ ਉਤਪਾਦਨ ਨੂੰ ਕੀ ਕਰਾਂਗੇ ਇਨਕਰੀਜ਼ ਕਰਾਂਗੇ, ਆਪਣੇ ਰਿਟਰਨਸ ਦੇਖਾਂਗੇ ਕਿ ਟੂ ਇਨਪੁਟਸ ਦੇ ਵਿੱਚ ਚੇਂਜ ਕਰਨ ਦੇ ਨਾਲ ਸਾਡੇ ਜਿਹੜੇ ਰਿਟਰਨਸ ਨੇ ਉਹਦੇ ਵਿੱਚ ਕਿੰਨਾ ਚੇਂਜ ਹੋ ਰਿਹਾ। ਤਾਂ ਸਭ ਤੋਂ ਪਹਿਲਾਂ ਯੂਨਿਟਸ ਆਫ ਲੇਬਰ ਦਿਖਾਇਆ ਹੋਇਆ ਹੈ, ਉਸ ਤੋਂ ਬਾਅਦ ਯੂਨਿਟਸ ਆਫ ਕੈਪੀਟਲ ਦਿਖਾਇਆ ਹੋਇਆ, ਅੱਗੇ ਪਰਸੈਂਟੇਜ ਇਨਕਰੀਜ਼ ਇਨ ਲੇਬਰ ਐਂਡ ਕੈਪੀਟਲ, ਕਿ ਲੇਬਰ ਤੇ ਜਿਹੜੀ ਆਪਣੀ ਕੈਪੀਟਲ ਹੈ ਉਹਦੇ ਵਿੱਚ ਕਿੰਨਾ ਇਨਕਰੀਜ਼ ਹੋਇਆ ਤੇ ਟੋਟਲ ਪ੍ਰੋਡਕਸ਼ਨ ਆਪਣੀ ਕਿੰਨੀ ਹੋਈ ਹੈ। ਤੇ ਉਸ ਤੋਂ ਬਾਅਦ ਪਰਸੈਂਟੇਜ ਇਨਕਰੀਜ਼ ਇਨ ਟੋਟਲ ਪ੍ਰੋਡਕਟ, ਟੋਟਲ ਪ੍ਰੋਡਕਟ ਦੇ ਵਿੱਚ ਕਿੰਨਾ ਇਨਕਰੀਜ਼ ਹੋਇਆ ਹੈ। ਉਸ ਤੋਂ ਬਾਅਦ ਰਿਟਰਨ ਟੂ ਸਕੇਲ, ਜਿਹੜਾ ਆਪਣਾ ਥਰਡ ਵਾਲਾ ਹੈ ਪਰਸੈਂਟੇਜ ਇਨਕਰੀਜ਼ ਇਨ ਲੇਬਰ ਐਂਡ ਕੈਪੀਟਲ, ਸਾਡੀ ਕਾਸਟ ਸ਼ੋ ਕਰ ਰਿਹਾ ਕਿ ਲੇਬਰ ਤੇ ਕਾਸਟ ਤੇ ਖਰਚਾ ਕਿੰਨਾ ਹੈ। ਤੇ ਉਸ ਤੋਂ ਬਾਅਦ ਟੋਟਲ ਪ੍ਰੋਡਕਸ਼ਨ ਸਾਡੀ ਕਿੰਨੀ ਹੈ ਕਿ ਇਹ ਕਿੰਨੇ ਯੂਨਿਟਸ ਪ੍ਰੋਡਿਊਸ ਕਰ ਰਹੇ ਨੇ, ਐਂਡ ਪਰਸੈਂਟੇਜ ਇਨਕਰੀਜ਼ ਇਨ ਟੋਟਲ ਪ੍ਰੋਡਕਸ਼ਨ, ਟੋਟਲ ਪ੍ਰੋਡਕਸ਼ਨ ਇਨਕਰੀਜ਼ ਕਿੰਨੀ ਹੈ। ਤਾਂ ਆਪਾਂ ਪਰਸੈਂਟੇਜ ਚੇਂਜ ਇਨ ਲੇਬਰ ਐਂਡ ਕੈਪੀਟਲ ਨੂੰ ਕੰਪੇਅਰ ਕਰਾਂਗੇ ਪਰਸੈਂਟੇਜ ਇਨਕਰੀਜ਼ ਇਨ ਟੋਟਲ ਪ੍ਰੋਡਕਟਸ, ਕਿਉਂਕਿ ਪਰਸੈਂਟੇਜ ਇਨਕਰੀਜ਼ ਇਨ ਲੇਬਰ ਐਂਡ ਕੈਪੀਟਲ ਸਾਨੂੰ ਕੀ ਦੱਸ ਰਿਹਾ, ਇਨਪੁਟਸ ਦੱਸ ਰਿਹਾ ਕਿ ਅਸੀਂ ਇਨਪੁਟਸ ਦੇ ਵਿੱਚ ਕਿੰਨਾ ਪਰਸੈਂਟੇਜ ਚੇਂਜ ਕੀਤਾ ਹੈ। ਤਾਂ ਇਨਪੁਟਸ ਤੇ ਆਪਾਂ ਨੇ ਕੀ ਕਰਨਾ ਆਊਟਪੁੱਟਸ ਨੂੰ ਕੰਪੈਰੀਜ਼ਨ ਕਰਨਾ ਹੈ ਕਿ ਇਨਪੁਟ ਸਾਡੇ ਕਿੰਨੇ ਨੇ ਤੇ ਆਊਟਪੁੱਟ ਸਾਡੀ ਕਿੰਨੀ ਹੋ ਰਹੀ ਹੈ। ਇਨਪੁਟਸ ਤੇ ਅਸੀਂ ਵਿੱਚ ਕਿੰਨਾ ਚੇਂਜ ਕਰ ਰਹੇ ਹਾਂ, ਜਿੰਨਾ ਅਸੀਂ ਇਨਪੁਟਸ ਦੇ ਵਿੱਚ ਚੇਂਜ ਕਰ ਰਹੇ ਹਾਂ ਮਤਲਬ ਕੈਪੀਟਲ ਤੇ ਲੇਬਰ ਦੇ ਵਿੱਚ ਚੇਂਜ ਕਰ ਰਹੇ ਹਾਂ, ਓਨਾ ਹੀ ਸਾਡਾ ਆਊਟਪੁੱਟਸ ਦੇ ਵਿੱਚ ਹੋ ਰਿਹਾ ਹੈ, ਮੀਨਸ ਰਿਟਰਨਸ ਦੇ ਵਿੱਚ ਹੋ ਰਿਹਾ ਹੈ, ਜਾਂ ਫਿਰ ਉਸ ਤੋਂ ਵੱਧ ਹੋ ਰਿਹਾ ਹੈ ਜਾਂ ਫਿਰ ਉਸ ਤੋਂ ਘੱਟ ਹੋ ਰਿਹਾ ਹੈ। ਤਾਂ ਇਹ ਸਾਡੇ ਲਾਅ ਦੱਸੇਗਾ ਰਿਟਰਨ ਟੂ ਸਕੇਲ ਦੇ, ਇਨਕਰੀਜ਼ਿੰਗ ਡਿਕਰੀਜ਼ਿੰਗ ਐਂਡ ਕਾਂਸਟੈਂਟ। ਸਭ ਤੋਂ ਪਹਿਲਾਂ ਦੇਖੋ ਯੂਨਿਟਸ ਆਫ ਲੇਬਰ ਜਦੋਂ ਮੈਂ ਇੱਕ ਯੂਜ਼ ਕਰ ਰਿਹਾ ਹੈ ਤੇ ਮੈਂ ਯੂਨਿਟਸ ਆਫ ਕੈਪੀਟਲ 2 ਲੈ ਰਹੇ ਹਾਂ, ਠੀਕ ਹੈ, ਐਂਡ ਪਰਸੈਂਟੇਜ ਇਨਕਰੀਜ਼ ਇਨ ਲੇਬਰ ਐਂਡ ਕੈਪੀਟਲ ਕੀ ਹੈ ਕੁਝ ਵੀ ਨਹੀਂ ਹੈਗਾ, ਟੋਟਲ ਪ੍ਰੋਡਕਸ਼ਨ ਮੇਰੀ 10 ਹੈ, ਪਰਸੈਂਟੇਜ ਇਨਕਰੀਜ਼ ਇਨ ਟੋਟਲ ਪ੍ਰੋਡਕਟਸ ਤੇ ਰਿਟਰਨ ਟੂ ਅ ਸਕੇਲ। ਤੇ ਸੈਕਿੰਡ ਮੈਂ ਆਪਣੀ ਲੇਬਰ ਦੀ ਕੁਆਂਟੀਟੀ ਇਨਕਰੀਜ਼ ਕੀਤੀ, ਇੱਕ ਲੇਬਰ ਨੂੰ ਵਧਾ ਦਿੱਤਾ ਤੇ ਦੋ ਕੈਪੀਟਲ ਨੂੰ ਵਧਾ ਦਿੱਤਾ। ਠੀਕ ਹੈ, ਤਾਂ ਇੱਥੇ 1 ਦੀ ਰੇਸ਼ੋ ਦੇ ਨਾਲ ਮੈਂ ਲੇਬਰ ਨੂੰ ਵਧਾ ਰਿਹਾ ਤੇ 2 ਦੀ ਰੇਸ਼ੋ ਦੇ ਨਾਲ ਕੈਪੀਟਲ ਨੂੰ, 1:2 ਮੀਨਸ ਇੱਕ ਮੈਂ ਲੇਬਰ ਇਨਕਰੀਜ਼ ਕਰ ਰਿਹਾ, 2 ਮੈਂ ਕੈਪੀਟਲ ਯੂਜ਼ ਕਰ ਰਿਹਾ। ਤਾਂ ਮੈਂ ਸੈਕਿੰਡ ਟਾਈਮ ਦੇ ਵਿੱਚ ਕੀ ਹੈ ਲੇਬਰ ਨੂੰ ਇਨਕਰੀਜ਼ ਕੀਤਾ ਤੇ ਕੈਪੀਟਲ ਨੂੰ ਇਨਕਰੀਜ਼ ਕੀਤਾ। ਪਰਸੈਂਟੇਜ ਇਨਕਰੀਜ਼ ਇਨ ਲੇਬਰ ਐਂਡ ਕੈਪੀਟਲ ਕਿੰਨਾ ਹੋਏਗਾ, ਕਿੱਦਾਂ ਕੱਢਾਂਗੇ ਆਪਾਂ ਪਰਸੈਂਟੇਜ ਚੇਂਜ ਕੱਢਾਂਗੇ, ਜਿਵੇਂ ਕਿ ਆਪਾਂ ਲੇਬਰ ਦੇ ਵਿੱਚ ਪਹਿਲਾਂ ਕੱਢ ਸਕਦੇ ਹਾਂ ਕਿ ਕਿੰਨਾ ਦੋਨਾਂ ਦੇ ਵਿੱਚ ਕਿੰਨਾ ਚੇਂਜ ਹੋਇਆ, ਦੋਨਾਂ ਦੇ ਵਿੱਚ 50-50 ਚੇਂਜ ਹੋਇਆ ਹੈ। 2 - 1 ਡਿਵਾਈਡ ਬਾਈ 1 into 100, 2 - 1 2 मीन्स एक लेबर बताई -1 डिवाइड बाय 100 इंटू 100 तक ही आ जाएगा अपना 100 आ जाएगा। तो इसी तरह 4 - 2 डिवाइड बाय 2 इंटू 100 की आ जाएगा, फिर 100 आ जाएगा। तब जो परसेंटेज इनक्रीज इन लेबर एंड कैपिटल है दोनों के 100 आ जाएगा। ठीक है, तो अपना टोटल प्रोडक्शन कितनी है, पहले मेरी 10 सी, हुण मेरी 30 है, मैं 30 गुड्स को प्रोड्यूस किया लेबर के कैपिटल के इंक्रीज करके, पर मेरा परसेंटेज इंक्रीज इन टोटल प्रोडक्शन कितना आया, हुण मेरा 30 है, पहला मेरा कितना सी 10 सीगा, दैन 30 - 10 डिवाइड बाय 10 इंटू 100 इक्वल टू 200 आ जाएगा। तो उस तो बाद मैं लेबर होर वधाई
3 कर दी ते कैपिटल 2 होर इंक्रीज की, तब परसेंटेज चेंज कितना है मेरा कैपिटल ते लेबर दे विच 3 - 2 डिवाइड बाय 2 इनटू 100 इज 50, 6 - 4 जे कैपिटल दा कढना है तो सेम ही आएगा है, 6 - 4 डिवाइड बाय 4 इनटू 100, तो ये भी मेरा 50 आ गया। तो मैं कितने यूनिट्स की प्रोडक्शन की, 60 यूनिट्स की प्रोडक्शन की, तब 60 माइनस 30 इन डिवाइड बाय 30 इंटू 100 इक्वल टू 100 आ गया। तो ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜੋ ਮੇਰੀ ਕਾਸਟ ਹੈ, ਜੋ ਪਰਸੈਂਟੇਜ ਚੇਂਜ ਲੇਬਰ ਤੇ ਕੈਪੀਟਲ ਦੇ ਵਿੱਚ ਹੈ, ਉਸ ਦੇ ਨਾਲੋਂ ਜਿਹੜੀ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਇਨਕਰੀਜ਼ ਹੋ ਰਹੀ ਹੈ। ਤੁਸੀਂ ਪਰਸੈਂਟੇਜ ਚੇਂਜ ਇਨ ਲੇਬਰ ਐਂਡ ਕੈਪੀਟਲ ਨੂੰ ਕੰਪੇਅਰ ਕਰ ਸਕਦੇ ਹੋ ਪਰਸੈਂਟੇਜ ਇਨਕਰੀਜ਼ ਇਨ ਟੋਟਲ ਪ੍ਰੋਡਕਟ ਦੇ ਨਾਲ। ਮੇਰੀ ਸੈਕੰਡ ਤੇ ਥਰਡ ਲੇਬਰ ਵਧਾਉਣ ਦੇ ਨਾਲ ਤੇ ਕੈਪੀਟਲ 4 ਤੇ 6 ਵਧਾਉਣ ਦੇ ਨਾਲ ਕਾਸਟ ਮੇਰੀ 100 ਤੇ 50 ਆ ਰਹੀ ਹੈ, ਲੇਕਿਨ ਮੇਰੇ ਰਿਟਰਨਸ ਕਿੰਨੇ ਮਿਲ ਰਹੇ ਨੇ, ਪ੍ਰੋਡਕਸ਼ਨ ਕਿੰਨੀ ਹੋ ਰਹੀ ਆ 2 ਤੇ 100, ਜਦਕਿ ਮੇਰੀ ਕਾਸਟ 100 ਆ ਰਹੀ ਹੈ ਤੇ ਮੇਰੀ ਰਿਟਰਨਸ 200 ਮਿਲ ਰਹੇ ਨੇ। ਜਦੋਂ ਮੈਂ ਥਰਡ ਲੇਬਰ ਐਂਡ 6 कैपिटल यूज कर रहे हैं, मेरी कॉस्ट 50 आ रही है तो मेरे रिटर्न्स टोटल प्रोडक्शन कितनी है 100 है। मतलब इधर मेरी इनपुट्स कितने ने 100 ते 50 ते आउटपुट मेरी कितनी है 200 एंड 100, मींस मेरे रिटर्न्स किने इंक्रीजिंग है। दिस इज अ इंक्रीजिंग रिटर्न टू अ फैक्टर, मींस इनपुट्स के नालों मेरी आउटपुट किया ज़्यादा है। इस तो बाद जब मैं फोर्थ लेबर तो बाद फिफ्थ लेबर 2 लेबर ਵਧਾਤੀ ਤੇ 8 ਤੋਂ ਬਾਅਦ 10 ਕੈਪੀਟਲ ਵਧਾਤੀ, ਤਾਂ ਮੇਰੀ ਲੇਬਰ ਤੇ ਕੈਪੀਟਲ ਦੇ ਵਿੱਚ ਪਰਸੈਂਟੇਜ ਚੇਂਜ ਕਿੰਨਾ ਹੈ 33 ਐਂਡ 25, ਤੇ ਉਸ ਤੋਂ ਬਾਅਦ ਟੋਟਲ ਪ੍ਰੋਡਕਸ਼ਨ 80 ਐਂਡ 100 ਪ੍ਰੋਡਿਊਸ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਜਿਹੜੀ ਮੇਰੀ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਆ 33 ਐਂਡ 25। ਮਤਲਬ ਜਿਹੜੀ ਮੇਰੀ ਕਾਸਟ ਹੈ ਲੇਬਰ ਤੇ ਕੈਪੀਟਲ ਤੇ वो भी 33 है, अपनी टोटल प्रोडक्शन भी तो 33 है, जो मैं 5 लेबर यूज कर रहे हैं 10 कैपिटल यूज कर रहे हैं, कॉस्ट मेरी 25 है एंड मेरे रिटर्न्स टोटल प्रोडक्शन भी मेरी 25 ही है। मतलब जिन्ने इनपुट्स ने ਦੇ ਵਿੱਚ ਚੇਂਜ ਹੋਇਆ ਕੈਪੀਟਲ ਤੇ ਲੇਬਰ ਦੇ ਵਿੱਚ ਚੇਂਜ ਹੋਇਆ, ਉਨਾ ਹੀ ਮੇਰਾ ਜਿਹੜਾ ਆਊਟਪੁੱਟ ਹੋ ਰਹੀ ਹੈ ਉਨੀ ਮੇਰੀ ਕਾਸਟ ਆ ਗਈ। ਦਿਸ ਇਜ਼ ਅ ਕਾਂਸਟੈਂਟ ਰਿਟਰਨ ਟੂ ਅ ਸਕੇਲ। ਤੇ ਉਸ ਤੋਂ ਬਾਅਦ 6 लेबर जो मैं यूज़ की तब मैं 12 कैपिटल यूज़ कर रही हाँ, मेरे परसेंटेज चेंज इन इनक्रीज कैपिटल ਦੇ ਵਿੱਚ 20 है ਤੇ 120 ਗੁੱਡ 10 ਗੁੱਡਸ ਨੂੰ ਪ੍ਰੋਡਿਊਸ ਕਰ ਰਹੀ ਹਾਂ ਤੇ ਮੇਰਾ ਟੋਟਲ ਪ੍ਰੋਡਕਸ਼ਨ ਕਿੰਨੀ ਹੈ 10 ਹੈ। ਮਤਲਬ ਜਿਹੜੀ ਮੇਰੇ ਇਨਪੁਟਸ ਨੇ 20 ਨੇ, ਇਨਪੁਟਸ ਦੇ ਵਿੱਚ ਮੈਂ 20 ਇਨਕਰੀਜ਼ ਕੀਤਾ, ਲੇਕਿਨ ਮੇਰੇ ਜਿਹੜੇ ਆਊਟਪੁਟਸ ਹੈ ਮੇਰੀ 10 ਹੋ ਰਹੀ ਹੈ, ਜੋ ਮੇਰੀ ਘੱਟ ਹੈ। ठीक है, 20 ਲੈਸ ਦੈਨ 10 है, दिस इज अ डिक्रीजिंग। जो मैं 7th लेबर भी यूज़ किया, एक क्वांटिटी लेबर की होर ਵਧਾਈ ਤੇ 2 यूनिट्स मैं कैपिटल ਦੇ ਵਧਾਏ, तब मेरा खर्चा है जो कितना है 16 है, पर चेंज मेरा लेबर ਤੇ कैपिटल ਦੇ ਵਿੱਚ 16 है, लेकिन जो मेरे रिटर्न्स मिल रहे हो मेरे 9 ने, मींस 16 इनपुट ज़्यादा ने ते 9 आउटपुट घट है, दिस इज अ डिक्रीजिंग। फिर उसके बाद 8 लेबर 16 जो कैपिटल है एंड मेरे लेबर एंड कैपिटल्स के ਵਿੱਚ चेंज 14 है, ठीक है। तो टोटल प्रोडक्शन कितनी है मेरी 125 एंड मेरे रिटर्न्स कितने ने 4 ने, तब 4 ग्रेटर दैन ਲੈਸ ਦੈਨ 14 ਹੈ, ਤਦ ਇੱਥੇ ਵੀ ਕੀ ਹੈ ਡਿਕਰੀਜ਼ਿੰਗ ਰਿਟਰਨਸ ਦੀ। ਮਤਲਬ ਜਿੰਨੇ ਮੇਰੇ ਇਨਪੁਟਸ ਦੇ ਵਿੱਚ ਪਰਸੈਂਟੇਜ ਚੇਂਜ ਆ ਉਹਦੇ ਨਾਲ ਆਊਟਪੁੱਟਸ ਦੇ ਵਿੱਚ ਪਰਸੈਂਟੇਜ ਚੇਂਜ ਕੀ ਆ ਘੱਟ ਹੈ, ਆਊਟਪੁੱਟ ਉਸ ਦੇ ਨਾਲੋਂ ਇਨਪੁਟਸ ਦੇ ਨਾਲੋਂ ਘੱਟ ਹੈ, ਦਿਸ ਇਜ਼ ਅ ਡਿਕਰੀਜ਼ਿੰਗ ਰਿਟਰਨ ਟੂ ਅ ਸਕੇਲ। ਤਾਂ ਇਸ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਜਿਹੜੇ ਰਿਟਰਨ ਟੂ ਅ ਸਕੇਲ ਦੇ ਵਿੱਚ ਪਹਿਲਾਂ ਤਾਂ ਜਦੋਂ ਆਪਾਂ ਇਨਪੁਟਸ ਦੇ ਵਿੱਚ ਚੇਂਜ ਕਰਦੇ ਹਾਂ, ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਦੇ ਹਾਂ, ਮੇਰੇ ਰਿਟਰਨਸ ਕੀ ਹੋਣਗੇ ਇੰਕਰੀਜ਼ ਹੋਣਗੇ, ਪੋਜ਼ਿਟਿਵ ਹੋਣਗੇ, ਕਿਉਂਕਿ ਪ੍ਰੋਪਰ ਯੂਟੀਲਾਈਜੇਸ਼ਨਸ ਨਹੀਂ ਹੋ ਰਹੀ ਹੁੰਦੀ ਕਿ ਇੰਡਸਟਰੀ ਦੇ ਵਿੱਚ ਸਾਰੀਆਂ ਚੀਜ਼ਾਂ ਦੀ। ਤੇ ਉਸ ਤੋਂ ਬਾਅਦ ਕਾਂਸਟੈਂਟ ਕਦੋਂ ਹੋਣਗੇ, ਜਦੋਂ ਮੇਰਾ ਟੀਪੀ ਮੈਕਸਿਮਮ ਹੋਏਗਾ, ਜਦੋਂ ਸਾਰੇ ਸਾਧਨਾਂ ਦੇ ਵਿੱਚ ਪਰਿਵਰਤਨ ਕਰਨ ਦੇ ਨਾਲ ਮੇਰੀ ਜਿਹੜੇ ਫੁੱਲ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਹੋਣ ਲੱਗ ਗਈ। ਐਂਡ ਡਿਕਰੀਜ਼ਿੰਗ ਉਦੋਂ ਹੋਏਗਾ ਜਦੋਂ ਓਵਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਹੋ ਰਹੀ ਹੈ, ਮਤਲਬ ਉਦੋਂ ਇਨਪੁਟਸ ਦੇ ਨਾਲ ਆਊਟਪੁੱਟ ਮੇਰੇ ਕੀ ਹੋਣਗੇ ਡਿਕਰੀਜ਼ ਹੋਣਗੇ। ਤਾਂ ਇੱਥੇ ਦੇਖ ਸਕਦੇ ਹੋ ਇਨਕਰੀਜ਼ਿੰਗ ਰਿਟਰਨਸ ਟੂ ਆ ਫੈਕਟਰਸ ਮੀਨਸ ਇਨਕਰੀਜ਼ਿੰਗ ਰਿਟਰਨਸ ਕਦੋਂ ਹੋਣਗੇ ਜਦੋਂ ਇਨਪੁਟਸ ਦੇ ਨਾਲ ਆਊਟਪੁੱਟ ਜ਼ਿਆਦਾ ਹੋਣਗੇ। ਇੱਥੇ ਤੁਸੀਂ ਦੇਖ ਸਕਦੇ ਹੋ ਪਰਸੈਂਟੇਜ ਇਨਕਰੀਜ਼ ਇਨ ਆਲ ਫੈਕਟਰ ਆਫ ਇਨਪੁਟਸ। ਤਾਂ ਤੁਸੀਂ ਦੇਖਿਆ ਕਿ ਲੌਂਗ ਰਨ ਦੇ ਵਿੱਚ ਸਾਰੇ ਫੈਕਟਰਸ ਕੀ ਹੁੰਦੇ ਨੇ ਵੇਰੀਏਬਲਸ ਹੁੰਦੇ ਨੇ, ਸਾਰੇ ਫੈਕਟਰਸ ਦੇ ਵਿੱਚ ਇਨਕਰੀਜ਼ ਕਰਕੇ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਕੀ ਕਰ ਸਕਦੇ ਹਾਂ ਲੌਂਗ ਰਨ ਦੇ ਵਿੱਚ ਇਨਕਰੀਜ਼ ਕਰ ਸਕਦੇ ਹਾਂ। ਤਾਂ ਸਾਰੇ ਫੈਕਟਰਸ ਦੇ ਵਿੱਚ ਇਨਕਰੀਜ਼ ਦੱਸਿਆ ਹੋਇਆ ਤੇ ਉਹ ਵਾਈ ਐਕਸਿਸ ਤੇ ਇਨਕਰੀਜ਼ ਇਨ ਆਊਟਪੁੱਟ ਦੱਸਿਆ ਹੋਇਆ, ਠੀਕ ਹੈ। ਇੱਧਰ ਦੇਖੋ ਜਿਹੜੀ ਹੈ ਆਪਣੀ ਪ੍ਰੋਡਕਸ਼ਨ ਕਰਵ ਹੈ ਉਹ ਕਿਉਂ ਹੈ ਜੋ ਸਾਨੂੰ ਦੱਸ ਰਹੀ ਹੈ ਪੋਜ਼ਿਟਿਵ ਰਿਟਰਨ ਟੂ ਅ ਸਕੇਲ ਕਿ ਮੇਰੀ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋ ਰਹੀ ਹੈ। ਜਦੋਂ ਕਹਿੰਦੇ ਮੈਂ 10 ਇਨਪੁਟਸ ਯੂਜ਼ ਕਰਦਾ ਸੀ, ਮੇਰੀ ਜਿਹੜੀ ਆਊਟਪੁੱਟ ਆ ਕਿੰਨੀ ਹੁੰਦੀ ਸੀ 15 ਹੁੰਦੀ ਸੀ,
ਤੇ ਮੈਂ ਇਨਪੁਟਸ ਦੇ ਵਿੱਚ ਇਨਕਰੀਜ਼ ਕੀਤਾ, ਇਨਪੁਟਸ ਦੇ ਵਿੱਚ ਇਨਕਰੀਜ਼ ਕੀ ਕੀਤਾ 10 ਤੋਂ 15 ਕੀਤਾ, 5% ਮੈਂ ਆਪਣੇ ਇਨਪੁਟਸ ਇਨਕਰੀਜ਼ ਕੀਤੇ। ਤਾਂ ਸਾਰੇ ਇਨਪੁਟਸ ਦੇ ਵਿੱਚ ਇਨਕਰੀਜ਼ ਕਰਨ ਦੇ ਨਾਲ ਮੇਰੇ ਆਊਟਪੁੱਟ ਕਿੰਨੀ ਇਨਕਰੀਜ਼ ਹੋ ਗਈ 15 to 25 ਮੀਨਸ ਮੇਰੀ 10% ਆਊਟਪੁੱਟ ਇਨਕਰੀਜ਼ ਹੋਈ ਹੈ। ਜਦਕਿ ਮੈਂ ਇਨਪੁਟਸ ਦੇ ਵਿੱਚ 5% ਇਨਕਰੀਜ਼ ਕੀਤਾ, ਲੇਕਿਨ ਜਿਹੜੇ ਮੇਰੇ ਰਿਟਰਨਸ ਨੇ ਆਊਟਪੁੱਟ ਹੈ ਉਹਦੇ ਨਾਲੋਂ ਮੇਰੀ ਦੁੱਗਣੀ ਹੋ ਗਈ 10% ਹੋ ਗਈ। ਤਾਂ ਇੱਥੇ ਮੈਂ ਬੋਲ ਸਕਦੀ ਹਾਂ ਕਿ ਇਨਕਰੀਜ਼ਿੰਗ ਰਿਟਰਨਸ ਟੂ ਅ ਸਕੇਲ, ਕਿ ਇਨਪੁਟਸ ਦੇ ਨਾਲੋਂ ਆਊਟਪੁੱਟ ਮੇਰੀ ਬਹੁਤ ਜ਼ਿਆਦਾ ਹੋਈ ਹੈ, ਮੈਨੂੰ ਮੈਕਸੀਮਾਈਜੇਸ਼ਨ ਪ੍ਰੋਫਿਟ ਹੋਇਆ ਹੈ। ਠੀਕ ਹੈ, ਮੈਨੂੰ ਇਨਕਮ ਕਾਸਟ ਦੇ ਨਾਲੋਂ ਜ਼ਿਆਦਾ ਹੋਈ। ਤੇ ਦੂਸਰਾ ਪੈਮਾਨੇ ਦੇ ਸਮਾਨ ਪ੍ਰਤੀਫਲ, ਜਿਹਨੂੰ ਆਪਾਂ ਬੋਲ ਸਕਦੇ ਹਾਂ ਕਾਂਸਟੈਂਟ ਰਿਟਰਨ ਟੂ ਸਕੇਲ। ਕਾਂਸਟੈਂਟ ਰਿਟਰਨ ਟੂ ਸਕੇਲ ਦੇ ਵਿੱਚ ਕੀ ਹੋਏਗਾ ਕਿ ਜਿੰਨਾ ਚੇਂਜ ਮੈਂ ਇਨਪੁਟਸ ਦੇ ਵਿੱਚ ਕਰ ਰਿਹਾ, ਜਿੰਨੇ ਮੈਂ ਇਨਪੁਟਸ ਇਨਕਰੀਜ਼ ਕਰ ਰਿਹਾ, ਉਨੀ ਹੀ ਮੇਰੀ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਏਗੀ, ਉਨੀ ਹੀ ਮੇਰੀ ਆਊਟਪੁੱਟ ਇਨਕਰੀਜ਼ ਹੋਏਗੀ। ਸੇਮ ਦੋਨਾਂ ਦੇ ਵਿੱਚ ਚੇਂਜ ਹੋਏਗਾ। ਤਾਂ OX ਤੇ ਪਰਸੈਂਟੇਜ ਇਨਕਰੀਜ਼ ਇਨ ਆਲ ਫੈਕਟਰ ਆਫ ਇਨਪੁਟਸ ਲਿਖਤਾ ਹੋਇਆ ਹੈ। ठीक है, एंड OY ਤੇ ਇਨਕਰੀਜ਼ ਆਊਟਪੁੱਟ ਲਿੱਤੀ ਹੋਈ ਹੈ। ਇਨਪੁਟਸ ਇਹ 45 ਦੇ ਐਂਗਲ ਤੇ ਹੈ। ਮੇਰੀ ਜਿਹੜੀ ਪ੍ਰੋਡਕਸ਼ਨ ਕਰਵ ਹੈ ਜੋ ਮੈਨੂੰ ਦੱਸ ਰਹੀ ਹੈ ਕਿ ਦੋਨਾਂ ਦੇ ਵਿੱਚ ਇਕੁਅਲ ਚੇਂਜ ਹੈ। ਜਦੋਂ ਮੈਂ 10 ਇਨਪੁਟਸ ਲਗਾ ਰਹੀ ਸੀ, ਇਨਪੁਟਸ ਯੂਜ਼ ਕਰ ਰਹੀ ਸੀ, ਮੇਰੀ 10 ਹੀ ਆਊਟਪੁੱਟ ਸੀ। ਜਦੋਂ ਮੈਂ ਆਪਣੀ ਇਨਪੁਟਸ ਨੂੰ ਇਨਕਰੀਜ਼ ਕੀਤਾ 10 to 20 ਤਾਂ ਮੇਰੀ ਉਨੀ ਹੀ ਆਊਟਪੁੱਟ ਸੇਮ ਹੀ ਇਨਕਰੀਜ਼ ਹੋਈ 10 to 20। ਤਾਂ ਇਨਪੁਟਸ ਇਨਕਰੀਜ਼ ਕਰਨ ਦੇ ਨਾਲ ਆਊਟਪੁੱਟ ਦੇ ਵਿੱਚ ਉਨਾ ਹੀ ਇਨਕਰੀਜ਼ ਹੋਇਆ, ਕਾਂਸਟੈਂਟ ਇਨਕਰੀਜ਼ ਹੋਇਆ। This is a constant return to scale। ਇਸ ਤੋਂ ਬਾਅਦ ਹੈ ਪੈਮਾਨੇ ਦੇ ਘਟਦੇ ਪ੍ਰਤੀਫਲ। ਪੈਮਾਨੇ ਦੇ ਘਟਦੇ ਪ੍ਰਤੀਫਲ ਉਦੋਂ ਹੋਣਗੇ ਜਦੋਂ ਮੈਂ ਲੋੜ ਤੋਂ ਜ਼ਿਆਦਾ ਇਨਪੁਟਸ ਨੂੰ ਯੂਜ਼ ਕਰੂੰਗਾ, ਲੇਕਿਨ ਮੇਰੀ ਆਊਟਪੁੱਟ ਉਨੀ ਨਹੀਂ ਆ ਜਾਏਗੀ। ਕਿ ਜਦੋਂ ਪ੍ਰੋਪਰ ਯੂਟਿਲਾਈਜੇਸ਼ਨ ਤੋਂ ਬਾਅਦ ਆਪਾਂ ਓਵਰ ਯੂਟਿਲਾਈਜੇਸ਼ਨ ਕਰਨ ਲੱਗ ਜਾਂਦੇ ਹਾਂ ਰਿਸੋਰਸਿਸ ਦੀ। ਤੇ ਇੱਥੇ ਦੇਖੋ OX ਅਕਸ਼ ਤੇ ਆਪਾਂ ਨੂੰ ਪਰਸੈਂਟੇਜ ਇਨਕਰੀਜ਼ ਇਨ ਆਲ ਫੈਕਟਰਸ ਇਨਪੁਟਸ ਲਿਖਤਾ ਹੋਇਆ, OY ਤੇ ਪਰਸੈਂਟੇਜ ਇਨਕਰੀਜ਼ ਇਨ ਆਊਟਪੁੱਟ ਲਿਖਤਾ ਹੋਇਆ ਹੈ। ਤਾਂ ਪਹਿਲਾਂ ਜਦੋਂ OQ ਕਰਵ ਹੈ ਜੋ ਮੇਰੀ ਉਹ ਕੀ ਹੈ ਆਪਣੀ ਪ੍ਰੋਡਕਸ਼ਨ ਕਰਵ ਹੈ ਜੋ ਸਾਨੂੰ ਰਿਟਰਨਸ ਦੱਸ ਰਹੀ ਆ, ਪ੍ਰੋਡਕਸ਼ਨ ਦੱਸ ਰਹੀ ਆ। ਜਦੋਂ ਕਹਿੰਦੇ ਮੈਂ 15 ਇਨਪੁਟਸ ਯੂਜ਼ ਕਰਦਾ ਸੀਗਾ, ਮੇਰੀ 15 ਇਨਪੁਟਸ ਸੀਗੇ, ਠੀਕ ਹੈ, ਤਦ ਮੇਰੀ 10 ਪ੍ਰੋਡਕਸ਼ਨ ਹੋ ਰਹੀ ਸੀ, ਆਊਟਪੁੱਟ ਮੇਰੀ 10 ਸੀਗੀ। ਲੇਕਿਨ ਜਦੋਂ ਮੈਂ 10% ਇਨਪੁਟਸ ਦੇ ਵਿੱਚ ਇਨਕਰੀਜ਼ ਕੀਤਾ, 15 to 25 ਇਨਪੁਟਸ ਇਨਕਰੀਜ਼ ਕੀਤੇ, ਤਾਂ 10% ਇਨਕਰੀਜ਼ ਕਰਨ ਦੇ ਨਾਲ ਮੇਰੀ ਆਊਟਪੁੱਟ ਇਨਕਰੀਜ਼ ਹੋਣੀ ਨਹੀਂ ਹੋਈ। ਆਊਟਪੁੱਟ ਮੇਰੀ ਘੱਟ ਇਨਕਰੀਜ਼ ਹੋਈ ਆ। ਆਊਟਪੁੱਟ ਮੇਰੀ 10 ਤੋਂ ਕਿੰਨੀ ਹੋਈ ਹੈ 16.5 ਹੋਈ ਹੈ, ਮੀਨਸ ਸਿਰਫ 6.5% ਇਨਕਰੀਜ਼ ਹੋਈ ਹੈ। ਜਦਕਿ ਇਨਪੁਟਸ ਦੇ ਵਿੱਚ ਮੈਂ 10% ਇਨਕਰੀਜ਼ ਕੀਤਾ ਸੀ। ਇਨਪੁਟਸ ਦੇ ਨਾਲ ਮੇਰੀ ਆਊਟਪੁੱਟ ਕੀ ਹੋਈ ਹੈ ਘੱਟ ਹੋਈ ਹੈ, ਡਿਮਿਨਿਸ਼ਿੰਗ ਹੋਈ ਆ। ਤਾਂ ਇੱਥੇ ਕੀ ਹੈ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ। ਜਦੋਂ ਕਹਿੰਦੇ ਜਿੰਨੀ ਇਨਪੁੱਟ ਦਾ ਇਹ ਆਊਟਪੁੱਟ ਉਨੀ ਨਾ ਹੋਵੇ, ਉਸ ਤੋਂ ਘੱਟ ਹੋਵੇ, ਤਾਂ ਉਹਨੂੰ ਆਪਾਂ ਬੋਲਦੇ ਹਾਂ ਡਿਮਿਨਿਸ਼ਿੰਗ ਰਿਟਰਨਸ ਟੂ ਸਕੇਲ। ਠੀਕ ਹੈ, ਇੱਥੇ ਆਪਾਂ ਕੀ ਆ ਆਪਣੀ ਜੋ ਹੈ ਪ੍ਰੋਡਕਸ਼ਨ ਬੰਦ ਕਰ ਦੇਵਾਂਗੇ, ਕਾਂਸਟੈਂਟ ਤੇ ਹੀ ਬੰਦ ਕਰ ਦਾਂਗੇ। ਇੱਥੇ ਆਪਾਂ ਨੂੰ ਜਿਹੜੀ ਪ੍ਰੋਡਕਸ਼ਨ ਆਪਣੀ ਨੈਗੇਟਿਵ ਹੋਣੀ ਸਟਾਰਟ ਹੋ ਜਾਏਗੀ, ਮਤਲਬ ਆਪਾਂ ਨੂੰ ਲਾਸ ਹੋਣਾ ਸਟਾਰਟ ਹੋ ਜਾਏਗਾ। ਠੀਕ ਹੈ, ਇਹ 3 ਲਾਅ ਸੀਗੇ ਜੋ ਆਪਾਂ ਨੇ ਪੜ੍ਹੇ ਨੇ। ਰਿਟਰਨ ਟੂ ਅ ਫੈਕਟਰਸ, ਫਰਸਟਲੀ ਆਪਣੀ ਪ੍ਰੋਡਕਸ਼ਨ ਦਾ ਇਨਪੁਟਸ ਦੇ ਨਾਲੋਂ ਜ਼ਿਆਦਾ ਇਨਕਰੀਜ਼ ਹੋਣਾ, ਸੈਕੰਡਲੀ ਜਿੰਨੀ ਇਨਪੁਟਸ ਇਨਕਰੀਜ਼ ਉਨੀ ਹੀ ਆਊਟਪੁੱਟ ਇਨਕਰੀਜ਼, ਐਂਡ ਥਰਡਲੀ ਜਿੰਨੀ ਇਨਪੁਟਸ ਇਨਕਰੀਜ਼ ਆਊਟਪੁੱਟ ਉਸ ਤੋਂ ਘੱਟ ਹੋਣਾ, ਰਿਟਰਨਸ ਉਸ ਤੋਂ ਘੱਟ ਹੋਣਾ। ਤੇ ਇਸ ਦੇ ਵਿੱਚ ਪੈਮਾਨੇ ਦੇ ਪ੍ਰਤੀਫਲ ਦੇ ਵਿੱਚ ਰਿਟਰਨ ਟੂ ਅ ਸਕੇਲ ਦੇ ਵਿੱਚ ਆਪਾਂ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਦੇ ਹਾਂ। ਇਹਦੇ ਵਿੱਚ ਕੋਈ ਵੀ ਫੈਕਟਰ ਫਿਕਸ ਨਹੀਂ ਹੁੰਦਾ। ਜਿਹੜੇ ਸਾਰੇ ਫੈਕਟਰਸ ਨੇ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ, 4 ਫੈਕਟਰ ਆਫ ਪ੍ਰੋਡਕਸ਼ਨ ਕੀ ਹੁੰਦੇ ਨੇ ਵੇਰੀਏਬਲਸ ਹੁੰਦੇ ਨੇ। ਚਾਰਾਂ ਦੇ ਵਿੱਚ ਇਨਕਰੀਜ਼ ਕਰਕੇ ਆਪਾਂ ਕੀ ਕਰ ਸਕਦੇ ਹਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਪਹਿਲਾਂ ਤਾਂ ਆਪਣੀ ਇਨਪੁਟਸ ਦੇ ਨਾਲੋਂ ਆਊਟਪੁੱਟ ਜ਼ਿਆਦਾ ਆਏਗੀ, ਫਿਰ ਜਿੰਨੀ ਇਨਪੁਟਸ ਉਨੀ ਹੀ ਆਊਟਪੁੱਟ ਆਏਗੀ। ਇੱਕ ਲੈਵਲ ਤੋਂ ਬਾਅਦ अपने इनपुट्स के नालों आउटपुट की होनी स्टार्ट हो जाएगी, कटनी स्टार्ट हो जाएगी, डिमिनिशिंग रिटर्न टू स्केल होने स्टार्ट हो जाएगी। ਤੇ ਉਸ ਤੋਂ ਬਾਅਦ ਜਿਹੜੇ ਉਤਪਾਦਨ ਦੇ ਪੈਮਾਨੇ ਦੀ ਅਵਸਥਾ ਜਿਹੜਾ ਇਕਨੋਮਿਕਸ ਆਫ ਸਕੇਲ ਹੈ ਐਂਡ ਕਾਜ਼ਸ ਇਨਕਰੀਜ਼ਿੰਗ ਦਾ ਰਿਟਰਨ ਟੂ ਸਕੇਲ। ਵੀ ਕੀ ਕਾਜ਼ਸ ਨੇ ਵੀ ਆਪਾਂ ਨੂੰ ਜਿਹੜੇ ਲਾਰਜ ਸਕੇਲ ਤੇ ਜਦੋਂ ਆਪਾਂ ਬਿਜ਼ਨਸ ਕਰਦੇ ਹਾਂ ਆਪਣੇ ਸਾਰੇ ਵੇਰੀਏਬਲਸ ਸਾਰੇ ਫੈਕਟਰਸ ਦੇ ਵਿੱਚ ਇਨਕਰੀਜ਼ ਕਰਦੇ, ਆਪਣੀ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਹੈ, ਤਾਂ ਉਹਦੇ ਕੀ ਮੇਨ ਰੀਜ਼ਨਸ ਨੇ। ਕਹਿੰਦੇ ਠੀਕ ਹੈ ਉਤਪਾਦਨ ਦੇ ਪ੍ਰਤੀਫਲ ਦੀਆਂ ਬਚਤਾਂ, ਇਹਦੇ ਵਿੱਚ 2 ਟਾਈਪਸ ਦੀਆਂ ਆਪਣੀਆਂ ਬਚਤਾਂ ਹੁੰਦੀਆਂ ਨੇ, ਇਕਨੋਮਿਕਸ ਹੁੰਦੀਆਂ ਨੇ। ਇਕਨੋਮਿਕਸ ਇਜ਼ ਦਾ ਬੈਨੀਫਿਟਸ ਐਂਡ ਡਿਸ ਇਕਨੋਮਿਕਸ ਇਜ਼ ਦਾ ਲਾਸਿਸ। ਤਾਂ 2 ਤਰ੍ਹਾਂ ਦੀਆਂ ਅੰਦਰੂਨੀ ਬਚਤਾਂ ਤੇ ਬਾਹਰੀ ਬਚਤਾਂ ਹੁੰਦੀਆਂ ਨੇ, ਇੰਟਰਨਲ ਇਕਨੋਮਿਕਸ ਐਂਡ ਐਕਸਟਰਨਲ ਇਕਨੋਮਿਕਸ ਹੁੰਦੀਆਂ ਨੇ। ਇੰਟਰਨਲ ਇਕਨੋਮਿਕਸ ਕੀ ਹੁੰਦੀਆਂ ਨੇ ਕਿ ਜਦੋਂ ਇੱਕ ਫਰਮ
ਨੂੰ ਬਚਤਾਂ ਹੋਣੀਆਂ ਸਟਾਰਟ ਹੁੰਦੀਆਂ ਨੇ, ਅੰਦਰੂਨੀ ਬਚਤਾਂ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ। ਇੱਕ ਫਰਮ ਆਪਣੇ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਨਾਲ ਖੁਦ ਹੀ ਸਾਰਾ ਜਿਹੜਾ ਬੈਨੀਫਿਟ ਹੈ ਉਹ ਬੀਅਰ ਕਰਦੀਆਂ ਨੇ। ਸਾਰਾ ਬੈਨੀਫਿਟ, ਸਾਰਾ ਜਿਹੜਾ ਪ੍ਰੋਫਿਟ ਹੈ ਉਹ ਇੱਕੋ ਫਰਮ ਨੂੰ ਹੁੰਦਾ। ਇੰਟਰਨਲ ਇਕਨੋਮਿਸਿਸ ਹੁੰਦੀਆਂ ਨੇ, ਇਹ ਅੰਦਰੋਂ ਅੰਦਰੀ ਉਹ ਸਾਰੀਆਂ ਬਚਤਾਂ ਆਪ ਇੰਜੋਏ ਕਰਦੀ ਹੈ, ਇੱਕ ਪ੍ਰੋਡਿਊਸਰ ਇੰਜੋਏ ਕਰਦਾ ਇੰਕਰੀਜ਼ਿੰਗ ਰਿਟਰਨ ਟੂ ਸਕੇਲ ਨੂੰ, ਠੀਕ ਹੈ, ਇੰਟਰਨਲ ਇਕਨੋਮਿਸਿਸ ਨੂੰ। ਦਿਸ ਇਜ਼ ਦਾ ਇੰਟਰਨਲ ਇਕਨੋਮਿਸਿਸ। ਤਾਂ ਉਹ ਕਿੱਦਾਂ ਇੰਜੋਏ ਕੀਤਾ, ਕਿਹੜੇ ਕਿਹੜੇ ਜਿਹੜੇ ਤੱਤ ਨੇ ਉਹਨਾਂ ਦੇ ਵਿੱਚ ਚੇਂਜ ਹੁੰਦਾ, ਕਿਸ ਤਰ੍ਹਾਂ ਇੰਜੋਏ ਕਰ ਸਕਦਾ। ਇੱਕ ਤਾਂ ਰੀਅਲ ਇਕਨੋਮਿਸਿਸ, ਇੱਕ ਹੁੰਦਾ ਪ੍ਰੀਕਾਸ਼ਨਰੀ ਇਕਨੋਮਿਸਿਸ। ਰੀਅਲ ਇਕਨੋਮਿਸਿਸ ਦੇ ਵਿੱਚ ਕੀ ਆ, ਲੇਬਰ ਇਕਨੋਮਿਕਸਿਸ ਐਂਡ ਸਪੈਸ਼ਲਾਈਜੇਸ਼ਨ। ਅੰਦਰੂਨੀ ਬਚਤਾਂ ਦਾ ਇਹ ਫਸਟ ਪਾਰਟ ਹੈ ਕਿ ਲੇਬਰ ਇਕਨੋਮਿਸਿਸ ਐਂਡ ਸਪੈਸ਼ਲਾਈਜੇਸ਼ਨਸ ਮੀਨਸ ਕਿਸੇ ਵੀ ਕਹਿੰਦੇ ਫਰਮ ਦੇ ਅੰਦਰ ਕੀ ਗੇਨ ਕਰਨਾ, ਸਪੈਸ਼ਲਾਈਜੇਸ਼ਨ ਇੱਕ ਗੇਨ ਕਰਨਾ, ਠੀਕ ਹੈ, ਤੇ ਲੇਬਰ ਦੀ ਐਫੀਸ਼ੀਐਂਸੀ ਇਨਕਰੀਜ਼ ਕਰਨਾ। ਸਪੈਸ਼ਲਾਈਜੇਸ਼ਨਸ ਮੀਨਸ ਦੇਖੋ, ਜਦੋਂ ਆਪਾਂ ਕਿਰਤ ਨੂੰ ਜ਼ਿਆਦਾ ਯੂਜ਼ ਕਰਦੇ ਹਾਂ, ਕਿਰਤ ਨੂੰ ਵਧਾਉਂਦੇ ਰਹਿੰਦੇ ਹਾਂ, ਠੀਕ ਹੈ, ਤਾਂ ਉਹਦੇ ਵਿੱਚ ਕੀ ਹੈ, ਕਿਰਤ ਦੀ ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ। ਜਦੋਂ ਕਿਰਤ ਇੱਕੋ ਕੰਮ ਵਾਰ-ਵਾਰ ਕਰਦੀ ਹੈ ਤਾਂ ਉਹਦੀ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਆ, ਵਰਕਿੰਗ ਪਾਵਰ ਇਨਕਰੀਜ਼ ਹੁੰਦੀ ਆ, ਤਾਂ ਫਿਰ ਕੀ ਹੈ, ਜਿਹੜੇ ਰਿਟਰਨਸ ਨੇ ਉਹ ਕੀ ਹੁੰਦੇ ਨੇ, ਪੋਜ਼ਿਟਿਵ ਆਉਂਦੇ ਨੇ, ਇੱਕ ਫਰਮ ਨੂੰ ਕੀ ਹੁੰਦਾ, ਬੈਨੀਫਿਟਸ ਹੁੰਦਾ ਹੈ। ਤੇ ਟੈਕਨੀਕਲ ਇਕਨੋਮਿਸਿਸ ਐਂਡ ਇੰਡੀਵਿਜੂਅਲ ਟੈਕਨੀਕਲ ਨੌਲੇਜ, ਇੱਕ ਫਰਮ ਕਹਿੰਦੇ ਆਪਣੇ ਜਦੋਂ ਇਨਪੁਟਸ ਨੂੰ ਇਨਕਰੀਜ਼ ਕਰਕੇ, ਟੈਕਨੋਲੋਜੀ ਨੂੰ ਇਨਕਰੀਜ਼ ਕਰਕੇ ਟੈਕਨੀਕਲ ਨੌਲੇਜ ਗੇਨ ਕਰਦੀ ਆ, ਤਾਂ ਟੈਕਨੀਕਸ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ, ਜਿਹਦੇ ਨਾਲ ਕੀ ਆ, ਆਪਣੀ ਜਿਹੜੀ ਪ੍ਰੋਡਕਸ਼ਨ ਹੈ ਇਨਕਰੀਜ਼ ਹੁੰਦੀ ਆ, ਤੇ ਆਪਣੇ ਜਿਹੜੇ ਪ੍ਰੋਫਿਟ ਨੇ ਉਹ ਇਨਕਰੀਜ਼ ਹੁੰਦਾ, ਪਲਾਂਟ ਦਾ ਸਾਈਜ਼ ਇਨਕਰੀਜ਼ ਹੁੰਦਾ, ਠੀਕ ਹੈ, ਕਿ ਕਿਸ ਤਰ੍ਹਾਂ ਆਪਣੇ ਪਲਾਂਟ ਦਾ ਸਾਈਜ਼ ਰੱਖਣਾ ਹੈ, ਤੇ ਕਿੰਨਾ ਲਾਰਜ ਹੋਣਾ ਚਾਹੀਦਾ ਹੈ, ਬਿਲਡਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਟੈਕਨੀਕਲ ਇੰਪਰੂਵਮੈਂਟ ਦੇ ਵਿੱਚ ਆਉਂਦਾ ਹੈ। ਇੱਕ ਜਿਹੜੇ ਵੀ ਇਕੋਨਮੀ ਆ, ਆਪਣੀ ਜਿਹੜੀ ਇੰਡਸਟਰੀ ਉਹਦੀ ਡਾਇਮੈਂਸ਼ਨ ਇਨਕਰੀਜ਼ ਹੋ ਜਾਂਦੀ ਹੈ। ਮੀਨਸ ਆਪਾਂ ਸਮਾਲ ਸਕੇਲ ਤੋਂ ਲਾਰਜ ਸਕੇਲ ਤੇ ਬਿਜ਼ਨਸ ਕਰਨਾ ਸਟਾਰਟ ਕਰ ਦਿੰਦੇ ਆ, ਆਪਾਂ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਨਾ ਸਟਾਰਟ ਕਰ ਸਕਦੇ ਹਾਂ। ਤੇ ਇਕਨੋਮਿਸਿਸ ਆਫ ਲਿੰਕਡ ਪ੍ਰੋਸੈਸ ਹੋਗਾ, ਮਤਲਬ ਹਰ ਇੱਕ ਜਿਹੜੀ ਆਪਣੀ ਬਿਲਡਿੰਗ, ਆਪਣੀ ਫਰਮ ਆ, ਉਹਦੇ ਵਿੱਚ ਜਿਹੜੇ ਡਿਫਰੈਂਟ ਪਾਰਟਸ ਨੇ, ਉਹਨਾਂ ਦੇ ਪੀਪਲਸ ਦਾ, ਲੇਬਰ ਕਲਾਸ ਦਾ ਆਪਸ ਦੇ ਵਿੱਚ ਲਿੰਕ ਬਣਦਾ ਹੈ, ਠੀਕ ਹੈ, ਤੇ ਬਾਹਰਲੀਆਂ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਵੀ ਲਿੰਕ ਬਣਦਾ ਹੈ, ਤੇ ਟਰਾਂਸਪੋਰਟ ਤੱਕ ਲਿੰਕ ਬਣਦਾ ਹੈ, ਤੇ ਆਪਣਾ ਜੋ ਵੀ ਐਡਵਰਟਾਈਜ਼ਮੈਂਟ ਤੱਕ ਕਿ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਬਾਹਰ ਤੱਕ ਜਾ ਕੇ ਸੇਲ ਕਰਨਾ ਹੈ, ਤੇ ਆਪਣੀ ਕਾਸਟਸ ਨਾਲ ਮਿਨੀਮਮ ਹੋਵੇ, ਠੀਕ ਹੈ, ਤੇ ਪ੍ਰੋਫਿਟ ਜ਼ਿਆਦਾ ਤੋਂ ਜ਼ਿਆਦਾ ਹੋਵੇ। ਯੂਜ਼ ਆਫ ਬਾਈ ਪ੍ਰੋਡਕਟਸ, ਕਹਿੰਦੇ ਇੱਕ ਪ੍ਰੋਡਕਟ ਨੂੰ ਯੂਜ਼ ਕਰਨਾ, ਆਪਣੀ ਇੰਡਸਟਰੀ ਦੇ ਅੰਡਰ ਹੀ ਯੂਜ਼ ਕਰਨਾ, ਤੇ ਉਹਦਾ ਪ੍ਰੋਪਰ ਬੈਨੀਫਿਸ਼ੀਅਲਸ ਲੈਣਾ, ਠੀਕ ਹੈ। ਤੇ ਇਨਵੈਂਟਰੀ ਇਕਨੋਮਿਸਿਸ, ਆਪਾਂ ਆਪਣੇ ਬਿਜ਼ਨਸ ਦੇ ਵਿੱਚ ਹੀ ਇਨਵੈਂਟਰੀ ਸਟਾਕਸ ਮੀਨਸ ਵੱਧ ਤੋਂ ਵੱਧ ਜਿਹੜਾ ਉਤਪਾਦਨ ਹੈ ਉਹਨੂੰ ਕਰਕੇ ਰੱਖ ਸਕਦੇ ਹਾਂ, ਠੀਕ ਹੈ, ਥੋੜੇ ਜਿਹੇ ਇਨਪੁਟਸ ਦੇ ਨਾਲ, ਤੇ ਜਦੋਂ ਵੀ ਲੋੜ ਹੋਵੇ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਆਪਾਂ ਨੂੰ ਇਹ ਫੇਅਰ ਨਹੀਂ ਹੋਏਗਾ ਕਿ ਕਿਸ ਤਰ੍ਹਾਂ ਆਪਾਂ ਨੇ ਉਤਪਾਦਨ ਨੂੰ ਇਨਕਰੀਜ਼ ਕਰਨਾ ਹੈ। ਤੇ ਮਾਰਕੀਟਿੰਗ ਇਕਨੋਮਿਕਸ, ਮਾਰਕੀਟਿੰਗ ਦੇ ਵਿੱਚ ਆਪਣੇ ਜਿਹੜੇ ਪ੍ਰੋਡਕਟ ਉਹਦੀ ਡਿਮਾਂਡ ਹੋਏਗੀ, ਤਾਂ ਇਸ ਚੀਜ਼ ਦਾ ਇੱਕ ਫਰਮ ਨੂੰ ਹੀ ਜਦੋਂ ਬੈਨੀਫਿਟ ਹੋਏਗਾ, ਉਹ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਕੇ ਮਾਰਕੀਟਿੰਗ ਦੇ ਵਿੱਚ ਐਡਵਰਟਾਈਜ਼ਮੈਂਟ ਕਰਕੇ ਆਪਣੇ ਪ੍ਰੋਡਕਟ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਕੇ ਪ੍ਰੋਫਿਟ ਗੇਨ ਕਰ ਸਕਦਾ। ਅੱਗੇ ਮੈਨੇਜਰੀਅਲ ਸਕਿੱਲਸ, ਕੀ ਸਕਿੱਲਸ ਇੰਪਰੂਵ ਹੋਏਗੀ। ਇੱਕ ਮੈਨੇਜਰ ਜਦੋਂ ਆਪਣੇ ਕੰਪਨੀ ਦੇ ਅੰਦਰ ਵਰਕ ਕਰੇਗਾ ਤਾਂ ਉਹਦੀ ਸਕਿੱਲਸ ਇੰਪਰੂਵ ਹੋਣਗੀ, ਉਹਨੂੰ ਪ੍ਰੋਪਰ ਨੌਲੇਜ ਹੋਏਗੀ, ਪਲੈਨਿੰਗ ਦੇ ਅਕॉर्डिंग चलेगा, ऑर्गेनाइजेशन अच्छी होएगी। एंड ट्रांसपोर्ट एंड स्टोरेज इकनॉमिक्स, अगर एक फर्म ट्रांसपोर्ट फैसिलिटी रखेगी तो उसको प्रॉपर बेनिफिशियल होएगा। एक्सटर्नल ਜਿਹੜੀਆਂ ਆਪਣੀਆਂ ਕਾਸਟਾਂ ਨੇ ਬਾਹਰ ਨਹੀਂ ਜਾਣਗੀਆਂ। ਐਂਡ ਉਸ ਤੋਂ ਬਾਅਦ ਹੈ ਐਕਸਟਰਨਲ ਇਕਨੋਮਿਕਸ, ਜਦੋਂ ਕੋਈ ਵੀ ਇੱਕ ਫਰਮ, ਇੱਕ ਇੰਡਸਟਰੀ ਇਨਹਾਂਸ ਹੁੰਦੀ ਹੈ, ਇੱਕ ਇੰਡਸਟਰੀ ਨੂੰ ਬੈਨੀਫਿਟ ਹੁੰਦਾ ਜਦੋਂ ਉਹਦੇ ਨਾਲ ਰਿਲੇਟਡ ਜਿਹੜੀਆਂ ਸਾਰੀਆਂ ਮਾਰਕੀਟਿੰਗ ਦੇ ਵਿੱਚ ਇੰਡਸਟਰੀਜ਼ ਨੇ ਉਹਨਾਂ ਨੂੰ ਬੈਨੀਫਿਟ ਹੋਵੇ। ਜਿਵੇਂ ਕਿ ਕੋਈ ਵੀ ਆਪਣੇ ਏਰੀਏ ਦੇ ਵਿੱਚ ਜਦੋਂ ਇੱਕ ਕਾਰ ਦੀ ਫੈਕਟਰੀ ਲੱਗਦੀ ਆ, ਤਾਂ ਉਹਦੇ ਨਾਲ ਉਹਦੇ ਜਿਹੜੇ ਸਪੇਅਰ ਪਾਰਟਸ ਨੇ ਉਹਨਾਂ ਦੀਆਂ ਫੈਕਟਰੀਜ਼ ਬਣਦੀਆਂ ਨੇ, ਠੀਕ ਹੈ, ਤੇ ਨਾਲ ਪੈਟਰੋਲ ਪੰਪ ਇਨਹਾਂਸ ਹੁੰਦੇ ਨੇ, ਇੰਪਲੋਇਮੈਂਟ ਇਨਹਾਂਸ ਹੁੰਦੀ ਆ। ਤਾਂ ਇਸ ਤਰ੍ਹਾਂ ਬਾਹਰੀ ਬਚਤਾਂ ਹੁੰਦੀਆਂ ਨੇ। ਮੀਨਸ ਇੱਕ ਫੈਕਟਰੀਜ਼ ਦੇ ਨਾਲ ਡਿਫਰੈਂਟ ਟਾਈਪਸ ਆਫ ਫੈਕਟਰੀਜ਼ ਦਾ ਬਣਨਾ, ਮਾਰਕੀਟਿੰਗ ਦਾ ਇਨਹਾਂਸ ਹੋਣਾ, ਇੱਕ ਪ੍ਰੋਡਿਊਸਰ ਦੀ ਜਗ੍ਹਾ ਤੇ ਬਾਕੀ ਸਾਰੇ ਪ੍ਰੋਡਿਊਸਰਸ ਨੂੰ ਇਨਹਾਂਸ ਹੋਣਾ, ਟਰਾਂਸਪੋਰਟ ਫੈਸਿਲਿਟੀਜ਼ ਮਿਲਣੀ, ਠੀਕ ਹੈ, ਐਂਡ ਫਿਰ ਇਸ ਦੇ ਨਾਲ ਪੈਟਰੋਲ ਪੰਪਸ ਦਾ ਇਨਹਾਂਸ ਹੋਣਾ। ਇਹ ਸਾਰੀਆਂ ਹੈਗੀਆਂ ਸਾਡੀਆਂ ਐਕਸਟਰਨਲ ਇਕਨੋਮਿਕਸ। ਇਸ ਤਰ੍ਹਾਂ ਜਿਹੜੇ ਲਾਰਜ ਲੈਵਲ ਦੇ ਬਿਜ਼ਨਸ ਹੁੰਦੇ ਨੇ ਉਹਦੇ ਨਾਲ ਦੋਵੇਂ ਤਰ੍ਹਾਂ ਦੀਆਂ ਬਚਤਾਂ ਹੁੰਦੀਆਂ ਨੇ, ਅੰਦਰੂਨੀ ਤੇ ਬਾਹਰੀ। ਇਸ ਤਰ੍ਹਾਂ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰਕੇ ਆਪਾਂ ਬੈਨੀਫਿਟ ਲੈ ਸਕਦੇ ਹਾਂ। ਇਹ ਆਪਣਾ ਅੱਜ ਵਾਲਾ ਟੌਪਿਕ ਇੱਥੇ ਹੀ ਖਤਮ ਹੁੰਦਾ। ਧੰਨਵਾਦ।